ਅਸੀਂ ਕਰਮਾਂ ਦੇ ਖਾ ਰਹੇ ਹਾਂ, ਜੋ ਅੱਜ ਕਰਾਂਗੇ ਉਹੀ ਕੱਲ ਭੋਗਾਂਗੇ ਨਾ। ਸੋ ਕਰਮ ਆਪਣੇ ਕੰਟਰੋਲ 'ਚ ਹੈਗੇ ਨੇ ਐਕਚੁਅਲੀ ਜੀ ਬਿਲਕੁਲ। ਇੱਥੋਂ ਉੱਠ ਕੇ ਮੈਂ ਕੀ ਕਰਨਾ ਵਾ ਉਹ ਮੇਰੇ ਕਰਮ ਨੇ। ਕਿਸਮਤ ਆਪਣੇ ਹੱਥ 'ਚ ਨਹੀਂ ਹੈਗੀ। ਨਹੀਂ, ਕੀ ਕਿਸਮਤ ਬਦਲੀ ਜਾ ਸਕਦੀ ਹੈ? ਸਰ ਕਿਸਮਤ ਬਦਲੀ ਨਹੀਂ ਜਾ ਸਕਦੀ, ਪਰ ਕਰਮ ਆਪਾਂ ਕਰਾਂਗੇ ਤਾਂ ਕਿਤੇ ਨਾ ਕਿਤੇ ਆਪਣੀ ਜਿਹੜੀ ਕਿਸਮਤ ਆਪਣਾ ਸਾਥ ਦੇਵੇਗੀ। ਅੱਜ ਨਹੀਂ ਤਾਂ ਕੱਲ ਜ਼ਰੂਰ। ਮੈਂ ਕਰਮਾਂ ਤੇ ਵੀ ਬਿਲੀਵ ਕਰਦੀ ਹਾਂ। ਸਾਰਾ ਕੁਝ ਐਸਟ੍ਰੋਲੋਜੀ ਠੀਕ ਹੈ, ਐਸਟ੍ਰੋਲੋਜੀ ਹੈਗੀ ਹੈ, ਆਪਣੇ ਕਰਮ ਵੀ ਉਸ ਹਿਸਾਬ ਨਾਲ ਹੋਣਗੇ ਜਿਵੇਂ ਆਪਾਂ ਲਿਖਵਾ ਕੇ ਆਏ ਹਾਂ, ਪਰ ਕਰਮ ਤਾਂ ਕਰਨੇ ਹੀ ਹੈ ਨਾ। ਆਪਾਂ ਥੋੜ੍ਹਾ ਨਾ ਹੱਥ ਧਰ ਕੇ ਬੈਠੇ ਰਹਾਂਗੇ ਕਿ ਆਪਣੇ ਆਪ ਆਪਾਂ ਨੂੰ ਚੀਜ਼ ਮਿਲੇਗੀ। ਉੱਠ ਕੇ ਕਰਮ ਕਰਾਂਗੇ ਤਾਂ ਆਪਣਾ ਇਹ ਹੈ ਕਿ ਕਈ ਵਾਰੀ ਆਪਾਂ ਰਸਤਾ ਮਿਲ ਜਾਏਗਾ ਆਪਾਂ ਨੂੰ, ਇੱਕ ਸਹੀ ਟਰੈਕ। ਐਸਟ੍ਰੋਲੋਜੀ ਬਣੀ ਕਿਉਂ ਸੀ? ਇਸੇ ਲਈ ਬਣੀ ਸੀ ਤਾਂ ਕਿ ਤੁਹਾਨੂੰ ਇੱਕ ਜ਼ਿੰਦਗੀ ਦੀ ਇੱਕ ਟਰੈਕ ਮਿਲ ਜਾਵੇ, ਇੱਕ ਗਾਈਡੈਂਸ ਪ੍ਰੋਵਾਈਡ ਕਰਨ ਲਈ ਬਣੀ ਸੀ। ਓਕੇ, ਠੀਕ ਹੈ। ਆਪਣਾ 9th ਹਾਊਸ ਹੁੰਦਾ ਆਪਣਾ ਲੱਕ ਹਾਊਸ, ਆਪਣੀ ਕਿਸਮਤ ਦਾ ਘਰ। ਹੁਣ ਕਈਆਂ ਦੇ ਹੁੰਦਾ 9th ਹਾਊਸ ਬਹੁਤ ਸਟਰੋਂਗ ਹੁੰਦਾ, ਕਹਿੰਦੇ ਨਾ ਕਰਮਾਂ ਦਾ ਖਾਣਾ, ਜਿਹੜਾ ਤੁਸੀਂ ਕਹਿ ਰਹੇ ਹੋ ਆਪਣੇ ਕਰਮਾਂ ਦਾ ਲੇਖਾ ਦਾ ਖਾਣਾ, ਉਹ ਹੈ ਆਪਣਾ ਭਾਗਿਆ ਭਾਵ 9th ਹਾਊਸ। ਅਗਰ ਉਹ ਸਟਰੋਂਗ ਹੈ, ਆਪਾਂ ਥੋੜੀ ਜਿਹੀ ਮਿਹਨਤ ਵੀ ਕਰਾਂਗੇ ਨਾ, ਆਪਾਂ ਨੂੰ ਆਪਣਾ ਫਲ ਮਿਲ ਜਾਏਗਾ। ਠੀਕ ਆ, ਇੱਕ ਚੀਜ਼ ਕਰਕੇ ਦੇਖਦੇ ਹਾਂ, ਕਿਉਂਕਿ ਕਾਫੀ ਜ਼ਿਆਦਾ ਬੇਸਿਕ ਵਾਲਿਆਂ ਨੂੰ ਘਰ ਹੀ ਨਹੀਂ ਪਤਾ ਵੀ 9th ਹਾਊਸ ਕਾਹਦਾ ਹੁੰਦਾ, 7th ਹਾਊਸ। ਇੱਕ ਛੋਟਾ ਜਿਹਾ ਮੈਮ ਤੁਹਾਡੇ ਵੱਲੋਂ ਹੈਲਪ ਚਾਹੀਦੀ ਸੀ। ਮੈਂ ਚਾਹੁੰਦਾ ਤੁਸੀਂ ਚਾਰਟ ਖੋਲ ਲਓ ਆਪਣਾ ਕੋਈ ਵੀ ਐਪ ਤੇ ਜਾ ਕੇ ਕਿਤੇ ਵੀ ਤੁਸੀਂ ਚਾਰਟ ਖੋਲ ਸਕਦੇ ਹੋ, ਉਹਦੇ ਵਿੱਚ ਸਾਨੂੰ ਹਾਊਸਿਸ ਪਤਾ ਲੱਗ ਜਾਣਗੇ ਇੰਟਰਨੈਟ ਤੋਂ। ਮੈਮ ਸਾਨੂੰ ਬਸ ਹਾਊਸਿਸ ਦੱਸ ਦਿਓ ਵੀ ਪਹਿਲਾ ਘਰ ਕਾਹਦਾ ਹੁੰਦਾ, ਉਹਦੇ ਵਿੱਚ ਕਿਹੜੇ ਪਲੈਨਟਸ ਹੁੰਦੇ ਨੇ ਜਾਂ ਕਿਹੜੇ ਵੈਰੀ ਕਰਦੇ ਨੇ, ਜਿੰਨਾ ਤੁਸੀਂ ਦੱਸ ਪਾਓ, ਜਿਹੜੇ ਆਪਣੇ 12 ਹਾਊਸ ਨੇ। ਹਾਂਜੀ ਜੀ ਸਰ, ਆਪਣੇ 12 ਹਾਊਸ ਹੁੰਦੇ ਨੇ। ਠੀਕ ਹੈ, 9 ਗ੍ਰਹਿ ਨੇ ਆਪਣੇ, ਜਿੰਦੇ ਵਿੱਚ ਰਾਹੂ ਤੇ ਕੇਤੂ ਆਪਣੇ ਸ਼ੈਡੋ ਪਲੈਨਟਸ ਹੈਗੇ ਨੇ। ਓਕੇ, ਠੀਕ ਹੈ। ਹੁਣ ਇੱਕ ਚੀਜ਼, ਸਾਰੇ ਗ੍ਰਹਿ, ਕੋਈ ਗ੍ਰਹਿ ਮਾੜਾ ਨਹੀਂ, ਕੋਈ ਇਹ ਨਹੀਂ ਕਿ ਆਪਾਂ ਨੂੰ ਆਵਲਾ ਗ੍ਰਹਿ ਆਪਣੇ ਲਈ ਚੰਗਾ ਹੈ, ਆਵਲਾ ਗ੍ਰਹਿ, ਸਾਰੇ ਪਲੈਨਟਸ ਅੱਛੇ ਨੇ। ਆਪਣੇ ਕਰਮ ਹੀ ਮਾੜੇ ਹੁੰਦੇ ਨੇ ਜੋ ਆਪਾਂ ਇੱਥੇ ਭੋਗਣ ਆਏ ਆ, ਆਪਾਂ ਉਹਦੇ ਅਕੋਰਡਿੰਗ ਭੋਗਣਾ। ਚਲੋ ਠੀਕ, ਸਾਰੇ ਪਲੈਨਟਸ ਦੀ ਆਪਣੀ ਜਗ੍ਹਾ ਹੈਗੀ ਹੈ। ਮੈਂ ਇੱਥੇ ਵੀ ਬਾਅਦ ਚ ਕੁਐਸਚਨ ਕਰੂੰਗਾ, ਕੋਈ ਗੱਲ ਨਹੀਂ। ਠੀਕ ਹੈ, ਆਪਾਂ ਨੂੰ ਹਰ ਪਲੈਨਟਸ ਦੀ એનર્ਜੀ ਚਾਹੀਦੀ ਹੈ। ਹਾਂਜੀ। ਹੁਣ ਲੋਕ ਰਾਹੂ ਨੂੰ ਮਾੜਾ ਕਹਿੰਦੇ ਆ। ਰਾਹੂ ਕਿੱਥੋਂ ਮਾੜਾ ਹੈ? ਹੁਣ ਜਿਵੇਂ ਆਪਾਂ ਬੈਠੇ ਹਾਂ, ਆਪਾਂ ਰਾਹੂ ਦੀ ਵਜ੍ਹਾ ਨਾਲ ਹੀ ਬੈਠੇ ਹਾਂ। ਗੈਜਟਸ ਨੇ ਸਾਰੇ ਰਾਹੂ ਹੀ ਹੈ। ਰਾਹੂ ਸੋਸ਼ਲ ਮੀਡੀਆ। ਕੇਤੂ, ਅਗਰ ਮੈਂ ਕੰਮ ਕਰ ਰਹੀ ਹਾਂ ਸਰ, ਜਿੱਦਾਂ ਐਸਟ੍ਰੋਲੋਜੀ ਦਾ ਕੰਮ ਹੈ, ਅਕਲ ਸਾਇੰਸ ਦਾ ਕੰਮ, ਉਹਦੇ ਲਈ ਕੇਤੂ ਅੱਛਾ ਹੋਣਾ ਬਹੁਤ ਜ਼ਰੂਰੀ ਹੈ। ਹਰ ਪਲੈਨਟਸ ਨੂੰ, ਜਦ ਕਿ ਪਾਪ ਗ੍ਰਹਿ ਕਿਹਾ ਜਾਂਦਾ ਹੈ, ਮਤਲਬ ਹਰ ਗ੍ਰਹਿ ਦੀਆਂ ਆਪਣੀਆਂ એનર્ਜੀਜ਼ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਸਰ, ਆਪਾਂ ਹਾਊਸਿਸ ਤੋਂ ਪਹਿਲੇ ਨਾ ਗੱਲ ਕਰਦੇ ਹਾਂ ਕਿ ਆਪਣੀ ਕੁੰਡਲੀ ਕਿਵੇਂ ਬਣਦੀ ਹੈ। ਕੁੰਡਲੀ ਆਪਣੀ ਬਣਦੀ ਹੈ ਪਿਛਲੇ ਜਨਮਾਂ ਦੇ ਕਰਮਾਂ ਦੇ ਆਧਾਰ ਤੇ। ਚਲੋ, ਕੁੰਡਲੀ ਬਣ ਗਈ, ਜੋ ਆਪਾਂ ਪਿਛਲੇ ਕਰਮ ਕੀਤੇ ਹੈ, ਆਪਾਂ ਉਹ ਆਪਣੇ ਇਸ ਜਨਮ 'ਚ ਭੁਗਤਣੇ ਹੈ। ਜੋ ਆਪਾਂ ਹੁਣ ਕਰ ਰਹੇ ਹਾਂ, ਆਪਾਂ ਆਪਣੇ ਅਗਲੇ ਜਨਮ ਲਈ ਸਵਾਰ ਰਹੇ ਹਾਂ। ਹੁਣ ਵੀ ਸਵਾਰ ਰਹੇ ਹਾਂ, ਕਲਯੁਗ ਹੈ, ਹੁਣ ਨੂੰ ਵੀ ਸਵਾਰ ਰਹੇ ਹਾਂ, ਅਗਲੇ ਜਨਮ ਨੂੰ ਵੀ ਸਵਾਰ ਰਹੇ ਹਾਂ। ਮਤਲਬ ਜੋ ਆਪਾਂ ਲਿਖਾ ਕੇ ਆਏ ਹਾਂ, ਉਹ ਚੀਜ਼ ਉਵੇਂ ਹੀ ਕੁੰਡਲੀ। ਜਿਹੜਾ ਐਸਟ੍ਰੋਲੋਜਰ ਹੈ, ਉਹ ਸਿਰਫ ਪੜ੍ਹਨ ਦਾ ਇੱਕ ਜ਼ਰੀਆ ਹੈ। ਉਹਨੂੰ ਸਿਰਫ ਇੱਕ ਪੜ੍ਹ ਸਕਦਾ ਹੈ ਐਸਟ੍ਰੋਲੋਜਰ, ਜੇ ਕਿ ਪ੍ਰੋਪਰ ਪੜ੍ਹਾਈ ਹੈ, ਕਿ ਆਪਣੇ ਕਿਵੇਂ ਉਹਨੂੰ ਸਿਰਫ ਪੜ੍ਹ ਕੇ ਤੁਹਾਨੂੰ ਦੱਸ ਸਕਦਾ ਹੈ ਕਿ ਇਸ ਟਾਈਮ ਤੇਰਾ ਟਾਈਮ ਐਵੇਂ ਦਾ ਚੱਲ ਰਿਹਾ, ਐਵੇਂ ਦਾ ਨਹੀਂ ਚੱਲ ਰਿਹਾ। ਇਹ ਚੀਜ਼ ਹੈ। ਫਸਟ ਹਾਊਸ ਹੁੰਦਾ ਆਪਣਾ ਲਗਨ ਹਾਊਸ। ਫਸਟ ਹਾਊਸ ਸਟਰੋਂਗ ਹੋਣਾ ਸਭ ਤੋਂ ਜ਼ਰੂਰੀ ਹੈ। ਫਸਟ ਹਾਊਸ ਹੈਗੇ ਆ ਆਪਾਂ ਖੁਦ, ਆਪਣੀ ਬੋਡੀ, ਆਪਣਾ ਸਰੀਰ। ਓਕੇ, ਅਗਰ ਫਸਟ ਹਾਊਸ ਇੱਕ ਪਾਸੇ, ਸਾਰੀ ਕੁੰਡਲੀ ਇੱਕ ਪਾਸੇ। ਅਗਰ ਫਸਟ ਹਾਊਸ ਲਗਨ ਨਹੀਂ ਸਟਰੋਂਗ, ਤਾਂ ਆਪਣੀ ਪੂਰੀ ਕੁੰਡਲੀ ਕੋਈ ਮਾਇਨੇ ਨਹੀਂ ਰੱਖਦੀ। ਤਾਂ ਆਪਾਂ ਜ਼ਿਆਦਾ ਫੋਕਸ ਫਸਟ ਹਾਊਸ 'ਤੇ ਦਿੰਦੇ ਹਾਂ, ਕਿਉਂਕਿ ਫਸਟ ਹਾਊਸ ਆਪਣਾ ਤ੍ਰਿਕੋਣ 'ਚ ਵੀ ਆਉਂਦਾ ਹੈ, ਪਲੱਸ ਜਿਹੜਾ ਆਪਣਾ ਕੇਂਦਰ 'ਚ ਵੀ ਆਉਂਦਾ ਹੈ। ਫਸਟ ਹਾਊਸ ਇੰਨਾ ਇੰਪੋਰਟੈਂਟ ਹਾਊਸ ਹੁੰਦਾ ਹੈ, ਮਤਲਬ ਕਿ ਜੋ ਹੋਏਗਾ ਉਹ ਮੇਰੇ ਨਾਲ ਹੋਏਗਾ ਨਾ। ਫਸਟ ਹਾਊਸ ਕੀ ਹੈ? ਲਗਨ, ਆਪਾਂ ਖੁਦ। ਉਸ ਤੋਂ ਬਾਅਦ ਪੈਸਾ, ਫੈਮਿਲੀ, ਭਾਗਿਆ, ਕਿਸਮਤ, ਇਹ ਸਾਰਾ ਕੁਝ ਮੇਰੇ ਨਾਲ ਹੈ ਨਾ, ਮਤਲਬ ਫਸਟ ਹਾਊਸ ਮੈਂ। ਓਕੇ, ਠੀਕ ਹੈ। ਸੈਕਿੰਡ ਹਾਊਸ ਹੁੰਦਾ ਆਪਣਾ ਸੇਵਿੰਗ ਦਾ ਹਾਊਸ, ਆਪਣਾ ਧਨ ਭਾਵ, ਆਪਣਾ ਸਪੀਚ ਦਾ ਹਾਊਸ, ਕਿ ਆਪਾਂ ਕਿਵੇਂ ਬੋਲਦੇ ਹਾਂ, ਆਪਣੀ ਬੋਲਬਾਣੀ ਕਿਸ ਤਰ੍ਹਾਂ ਦੀ ਹੈ। ਸੇਵਿੰਗ ਹਾਊਸ ਮੀਨਸ ਕਿ ਆਪਾਂ ਜੋ ਕਮਾ ਰਹੇ ਹਾਂ ਉਹ ਆਪਾਂ ਜੋੜ ਪਾਵਾਂਗੇ ਕਿ ਨਹੀਂ ਜੋੜ ਪਾਵਾਂਗੇ। ਹੁਣ ਇਹ ਵੀ ਹੁੰਦਾ ਹੈ ਕਿ ਕਈ ਵਾਰੀ ਬੰਦਾ ਸਾਰੀ ਜ਼ਿੰਦਗੀ ਪੈਸਾ ਹੀ ਕਮਾਉਂਦਾ ਰਹਿ ਜਾਂਦਾ ਹੈ, ਐਟ ਦਾ ਐਂਡ ਉਹਦੇ ਕੋਲ ਜੁੜਦਾ ਹੀ ਨਹੀਂ ਕੁਛ। ਕਈਆਂ ਦੇ ਹੁੰਦੇ ਨਾ ਕਿ ਬਹੁਤ ਜ਼ਿਆਦਾ ਹੁੰਦਾ ਹੈ ਕਿ ਪੈਸਾ ਟਿਕਦਾ ਹੀ ਨਹੀਂ ਉਹਨਾਂ ਦੇ ਹੱਥ ਵਿੱਚ। ਇਟ ਮੀਨਸ ਉਹਨਾਂ ਦਾ ਸੈਕਿੰਡ ਹਾਊਸ ਅਫਲਿਕਟਿਡ ਹੈ। ਓਕੇ, ਉੱਥੇ ਪਾਪ ਗ੍ਰਹਿ ਬੈਠੇ ਹੈ, ਜਾਂ ਪਾਪ ਕਤਰੀ 'ਚ ਫਸੇ ਹੋਏ ਹੈ, ਜਾਂ ਉੱਥੇ ਪਾਪ ਗ੍ਰਹਿਾਂ ਦੀ ਦ੍ਰਿਸ਼ਟੀ ਹੈ। ਉਹਦਾ ਸਰ ਮੈਂ ਦਾ ਪ੍ਰੈਕਟੀਕਲ ਰੈਮੇਡੀ, ਮੈਂ ਕਿਸੇ ਵਹਿਮ ਭਰਮ 'ਚ ਮੈਂ ਨਹੀਂ ਪੈਂਦੀ। ਮੈਂ ਤੁਹਾਨੂੰ ਪਹਿਲੇ ਹੀ ਕਿਹਾ ਨਾ, ਮੈਂ ਉਪਾਅ ਨਹੀਂ ਦਿੰਦੀ ਕਿ ਫਾਲਤੂ ਦੇ। ਮੈਂ ਉਹਦੀ ਪ੍ਰੈਕਟੀਕਲ ਰੈਮੇਡੀ ਦਿੰਦੀ ਹਾਂ ਕਿ ਉਹਨਾਂ ਦੀ ਪ੍ਰੈਕਟੀਕਲ ਰੈਮੇਡੀ ਕੀ ਹੈ। ਉਹ ਮੈਂ ਅੱਗੇ ਜਾ ਕੇ ਤੁਹਾਨੂੰ ਫਿਰ ਮੈਂ ਸਾਰੇ ਹਾਊਸਿਸ ਦੇ ਵਾਈਜ਼ ਪ੍ਰੈਕਟੀਕਲ ਰੈਮੇਡੀ ਦੇਵਾਂਗੀ। ਥਰਡ ਹਾਊਸ ਹੁੰਦਾ ਆਪਣੇ ਛੋਟੇ ਭੈਣ ਭਰਾਵਾਂ ਦਾ, ਆਪਣੀ ਛੋਟੀ ਯਾਤਰਾ ਦਾ, ਸਿਬਲਿੰਗਸ ਦਾ ਲਗਾ ਲਓ, ਟਰੈਵਲ ਦਾ ਲਗਾ ਲਓ, ਆਪਣੇ ਛੋਟੇ ਭੈਣ ਭਰਾ ਹੋ ਗਏ। ਆਪਾਂ ਆਪਣਾ ਔਨਲਾਈਨ ਜਿੱਦਾਂ ਆਪਾਂ ਕੰਮ ਕਰਦੇ ਹਾਂ, ਜਿੱਦਾਂ ਮੇਰਾ ਔਨਲਾਈਨ ਕੰਮ ਹੈ, ਤਾਂ ਆਪਣਾ ਥਰਡ ਹਾਊਸ ਹੈ। ਕੰਪਲਿਕੇਸ਼ਨ ਦਾ ਵੀ ਹੈ। ਓਕੇ, ਠੀਕ ਹੈ। ਜਿਹੜੀ ਆਪਾਂ ਦੂਸਰੇ ਬਾਹਰਲੀ ਦੁਨੀਆ ਨਾਲ ਵਿਚਰਦੇ ਹਾਂ, ਆਪਾਂ ਕਿਸ ਤਰ੍ਹਾਂ ਵਿਚਰਦੇ ਹਾਂ। ਓਕੇ, ਫੋਰਥ ਹਾਊਸ ਹੁੰਦਾ ਆਪਣਾ ਮੈਂਟਲ ਪੀਸ, ਆਪਣਾ ਘਰ ਦਾ, ਆਪਣੀ ਸੁੱਖ ਸੁਵਿਧਾ, ਆਪਣਾ ਅੰਦਰ ਦਾ। ਜਿੱਦਾਂ ਆਪਣੇ ਹਾਊਸ, ਜੇ ਆਪਾਂ ਕਿਸੇ ਨੇ ਪੁੱਛਿਆ ਕਿ ਘਰ ਲੈਣਾ ਮੈਂ, ਆਪਾਂ ਫੋਰਥ ਹਾਊਸ ਤੇ ਦੇਖਦੇ ਹਾਂ। ਗੱਡੀ ਲੈਣੀ ਹੈ, ਫੋਰਥ ਹਾਊਸ ਮੀਨਸ ਆਪਾਂ ਜੋ ਵੀ ਆਪਣਾ ਸੁੱਖ ਸੁਵਿਧਾ ਦਾ ਸਮਾਨ ਹੈ, ਪਲੱਸ ਆਪਣੀ ਮਦਰ ਦਾ ਹਾਊਸ ਹੈ, ਮਦਰ ਦਾ ਫੋਰਥ ਹਾਊਸ। ਫਿਫਥ ਹਾਊਸ ਹੈਗਾ ਆਪਣੇ ਬੱਚਿਆਂ ਦਾ ਹਾਊਸ, ਆਪਣੇ ਲਵਰ ਹਾਊਸ ਹੈ, ਆਪਣੇ ਰਿਲੇਸ਼ਨਸ਼ਿਪ ਦਾ ਹਾਊਸ ਹੈ। ਫਿਫਥ ਹਾਊਸ ਆਪਣੀ ਸਟੱਡੀ ਦਾ, ਆਪਣੀ ਕ੍ਰੀਏਟਿਵ ਮਾਈਂਡ ਦਾ, ਕਿ ਆਪਾਂ ਕਿੰਨਾ ਕੁ। ਫੋਰਥ ਹਾਊਸ ਜਿਹੜਾ ਉਹ ਪ੍ਰਾਇਮਰੀ ਐਜੂਕੇਸ਼ਨ ਹੈ। ਫਿਫਥ ਹਾਊਸ ਜਿਹੜਾ ਆਪਣਾ ਮਾਈਂਡ ਦੀ ਕ੍ਰੀਏਟਿਵਿਟੀ,
ਓਕੇ ਕਿ ਆਪਣਾ ਮਾਈਂਡ ਕਿੰਨਾ ਕੁ ਕ੍ਰੀਏਟਿਵ ਹੈ। ਠੀਕ ਹੈ। ਉਹ ਵਾਲਾ ਹਾਊਸ ਹੈ 5th ਹਾਊਸ, ਪਲੱਸ ਆਪਣੇ ਸੰਤਾਨ ਜਿਹੜੇ ਬੱਚਿਆਂ ਦਾ ਹਾਊਸ ਹੈ ਉਹ ਵੀ ਹੈ, ਲਵਰ ਹਾਊਸ ਹੋ ਗਿਆ। ਤੇ 6th ਹਾਊਸ ਜਿਹੜਾ ਹੈਗਾ ਉਹ ਆਪਣੇ ਐਨੀਮੀਜ਼ ਦਾ ਹਾਊਸ ਹੁੰਦਾ ਹੈ, ਆਪਣੀ ਡੇਲੀ ਰੂਟੀਨ ਦਾ। 6th ਹਾਊਸ ਤੋਂ ਆਪਣੀ ਹੈਲਥ ਵੀ ਦੇਖੀ ਜਾਂਦੀ ਹੈ, ਕਿਉਂਕਿ 6th ਹਾਊਸ ਨੂੰ ਵੈਸੇ ਤਾਂ ਕਹਿੰਦੇ ਆ ਕਿ 6 8 12 ਨੂੰ ਮਾੜਾ ਕਹਿੰਦੇ ਨੇ, ਟ੍ਰਿਕ ਹਾਊਸ ਕਹਿੰਦੇ ਨੇ, ਪਰ 6ਵਾਂ ਘਰ ਆਪਾਂ ਨੂੰ ਪੈਸਾ ਵੀ ਦਿੰਦਾ, ਆਪਣੀ ਡੇਲੀ ਦੀ ਇਨਕਮ, ਆਪਣੀ ਸਰਵਿਸ, ਆਪਣੀ ਜੌਬ। 6 ਹਾਊਸ ਹੈ। ਠੀਕ ਹੈ। ਆਪਣੇ ਕੋਈ ਲਿਟੀਗੇਸ਼ਨ ਹੋਏਗਾ ਕਿ ਨਹੀਂ ਹੋਏਗਾ, ਆਪਣੇ ਦੁਸ਼ਮਣਾਂ ਦਾ ਘਰ, ਰੋਗ ਰਿਣ ਸ਼ਤਰੂ, ਤਿੰਨੋਂ ਚੀਜ਼ਾਂ 6th ਹਾਊਸ ਤੋਂ। 7th ਹਾਊਸ ਆਪਣਾ ਬਿਜ਼ਨਸ ਪਾਰਟਨਰ ਵੀ ਹੈ, ਆਪਣਾ ਲਾਈਫ ਪਾਰਟਨਰ ਵੀ ਹੈ। ਓਕੇ। 7th ਹਾਊਸ ਆਪਣੇ ਆਪੋਜ਼ਿਟ ਆਪਣਾ ਸਪਾਊਸ ਆ ਗਿਆ। 7th ਹਾਊਸ ਆਪਣੀ ਡੇਲੀ ਦੀ ਇਨਕਮ, ਰਿਟੇਲ ਦਾ ਜਿਹੜਾ ਬਿਜ਼ਨਸ ਦੇਖਦੇ ਆ, ਰਿਟੇਲ ਦੇ ਗਾਹਕ ਕਸਟਮਰ 7th ਹਾਊਸ ਤੋਂ ਦੇਖਦੇ ਆ ਆਪਾਂ। 8th ਹਾਊਸ ਹੁੰਦਾ ਆਪਣਾ ਜਿਹੜਾ ਹੁੰਦਾ ਉਹ ਆਪਣੇ ਇਨ-ਲॉज ਨਾਲ ਵੀ ਕਰਦਾ ਹੈ ਰਿਲੇਟ, ਆਪਣੇ ਰਿਸ਼ਤਿਆਂ ਦੇ ਵਿੱਚ ਆਪਣੇ ਇਨ-ਲॉज ਹੈ 8th ਹਾਊਸ ਹੁੰਦਾ ਵੈਸੇ ਆਪਣੀ ਡੈਥ ਦਾ ਹਾਊਸ ਹੁੰਦਾ ਹੈ। ਓਕੇ। ਹਾਂ ਹਾਂਜੀ 8th ਹਾਊਸ ਨੂੰ ਜਿੰਨੇ ਸਾਰੇ ਕੰਮ ਹੁੰਦੇ ਆ ਨਾ ਸਰ, ਜਿਹੜੇ ਛੁਪਾ ਕੇ ਕੀਤੇ ਜਾਂਦੇ ਆ, ਉਹ 8th ਹਾਊਸ ਨਾਲ ਰਿਲੇਟ ਹੁੰਦੇ ਆ। ਓਕੇ। ਜਿੰਨੇ ਵੀ ਮਤਲਬ ਆਪਣੇ ਸੀਕ੍ਰੇਸੀ ਹਾਊਸ ਹੁੰਦਾ ਹੈ ਬੇਸਿਕਲੀ, ਸੀਕ੍ਰੇਟ ਹਾਊਸ। ਹਾਂਜੀ 9th ਹਾਊਸ ਹੁੰਦਾ ਆਪਣੇ ਲੱਕ ਦਾ ਹਾਊਸ, ਆਪਣੇ ਧਰਮ ਦਾ ਹਾਊਸ, ਹਾਇਰ ਐਜੂਕੇਸ਼ਨ। ਓਕੇ। 9th ਹਾਊਸ ਅਕਲ ਸਾਇੰਸ ਨਾਲ ਰਿਲੇਟ ਕਰਦੇ ਆ 9th ਹਾਊਸ ਨੂੰ। 10th ਹਾਊਸ ਆਪਣੇ ਪ੍ਰੋਫੈਸ਼ਨ ਦਾ, ਆਪਣੇ ਕਰਮਾਂ ਦਾ ਹਾਊਸ, ਜੋ ਕਰਮ ਆਪਾਂ ਕਰਦੇ ਆ ਆਪਣਾ 10th ਹਾਊਸ ਹੈ। ਓਕੇ। ਪ੍ਰੋਫੈਸ਼ਨ ਹਾਊਸ ਫਾਦਰ ਨਾਲ ਰਿਲੇਟ ਕਰਦੇ ਆ। ਠੀਕ ਹੈ। 9th ਹਾਊਸ ਨੂੰ ਗੁਰੂ ਨਾਲ ਰਿਲੇਟ ਕਰਦੇ ਆ, ਜਿਵੇਂ ਆਪਣੇ ਗੁਰੂ ਜਿਨ੍ਹਾਂ ਤੋਂ ਆਪਾਂ ਸਿੱਖਿਆ ਲੈਂਦੇ ਆ, ਸਪਿਰਿਚੁਅਲਿਟੀ ਨੂੰ ਕਹਿ ਦੋ, ਸਪਿਰਿਚੁਅਲਿਟੀ, ਗੁਰੂ, ਰਿਲੀਜੀਅਸ, ਆਪਣਾ ਲੱਕ ਹਾਊਸ 9th ਹਾਊਸ ਦੇ। 10th ਹਾਊਸ ਪ੍ਰੋਫੈਸ਼ਨ ਹਾਊਸ, ਅਗੇਨ ਆਪਣੇ ਫਾਦਰ ਦਾ ਹਾਊਸ, ਤੇ ਇਧਰੋਂ ਮਦਰ ਇਨ ਲੋ, ਓਕੇ, ਆਪਣੀ ਮਦਰ ਇਨ ਲੋ ਦਾ ਹਾਊਸ ਵੀ ਹੁੰਦਾ ਹੈ। 11th ਹਾਊਸ ਆਪਣੇ ਵੱਡੇ ਸਿਬਲਿੰਗਸ, ਮਤਲਬ ਆਪਣੇ ਵੱਡੇ ਐਲਡਰ ਬ੍ਰਦਰ ਸਿਸਟਰਸ ਉਹਦੇ ਵਿੱਚ। ਤੇ ਆਪਣਾ ਪ੍ਰੋਫਿਟ ਹਾਊਸ ਹੁੰਦਾ, ਆਪਣਾ ਸੋਸ਼ਲ ਸਰਕਲ ਵੀ 11th ਹਾਊਸ ਤੋਂ ਦੇਖਿਆ ਜਾਂਦਾ ਹੈ। ਓਕੇ। 11th ਹਾਊਸ ਅੱਛਾ ਹੋਣਾ ਵੀ ਜ਼ਰੂਰੀ ਹੈ। ਉਹੀ ਜਿਹੜੀ ਗੱਲ ਕਿ ਮਿਹਨਤ ਕਰਦੇ ਰਹੇ, ਪੈਸਾ ਆਉਂਦਾ ਰਿਹਾ, ਪਰ ਉਹ ਹੈ ਕਿ ਆਈ ਚਲਾਈ ਚਲਦੀ ਰਹੀ, ਪਰ ਪ੍ਰੋਫਿਟ ਕਿੱਥੋਂ ਆਏਗਾ ਤੁਹਾਨੂੰ? 11th ਹਾਊਸ ਤੋਂ। ਅਗਰ 2nd ਹਾਊਸ ਦਾ ਲੋਡ ਜਾ ਕੇ 11th ਵਿੱਚ ਬਹਿ ਜਾਏ, 11th ਹਾਊਸ ਦਾ ਲੋਡ ਜਾ ਕੇ 2nd ਵਿੱਚ ਬੈਠ ਜਾਵੇ, ਤਾਂ ਇਟ ਮੀਨਸ ਬਹੁਤ ਸਟਰੋਂਗ ਧਨ ਭਾਵ ਬਣਦਾ ਹੈ ਤੁਹਾਡਾ। ਓਕੇ, ਬਹੁਤ ਵਧੀਆ ਹੁੰਦਾ ਹੈ। 12th ਹਾਊਸ ਅਗੇਨ ਜਿਹੜਾ ਆਪਣਾ ਲਾਸਟ ਹਾਊਸ ਹੈਗਾ, ਇਹ ਹੁੰਦਾ ਆਪਣਾ ਮੋਕਸ਼ ਦਾ ਘਰ, 12ਵਾਂ ਘਰ। ਓਕੇ। ਐਗਜ਼ਿਟ ਹਾਊਸ, 1st ਹਾਊਸ ਐਂਟਰੀ ਆਪਣੀ ਖੁਦ ਦੀ, 12th ਹਾਊਸ ਆਪਣੀ ਐਗਜ਼ਿਟ ਹਾਊਸ, ਐਕਸਪੈਂਡੀਚਰ ਹਾਊਸ, ਆਪਣੇ ਖਰਚਿਆਂ ਦਾ ਘਰ, ਵਿਦੇਸ਼ ਯੋਗ ਵੀ। ਓਕੇ। 12th ਹਾਊਸ 6 8 12 ਨੂੰ ਬੈਲੈਂਸ ਕਰਵਾਉਂਦੇ ਆ। 6ਵੇਂ ਘਰ ਨੂੰ ਆਪਾਂ ਬੈਲੈਂਸ ਕਰਵਾਉਂਦੇ ਆ ਸੇਵਾ ਨਾਲ ਜੋੜ ਕੇ। ਠੀਕ ਹੈ। ਸੇਵਾ ਕਰੋ, ਜਿਵੇਂ ਕਿਸੇ ਦੀ ਹੈਲਪ, ਮਤਲਬ ਨੋਟ ਕਿ ਸਿਰਫ ਪੈਸਿਆਂ ਵਾਸਤੇ, ਆਪਣੇ ਮਤਲਬ ਕਿ ਦਿਲੋਂ ਸਪੋਰਟ ਹੋ ਗਈ, ਦਿਲੋਂ ਸਪੋਰਟ ਕਰੋ ਕਿ ਅਗਰ ਕਿਸੇ ਦੀ ਸੇਵਾ ਭਾਵ ਨਾਲ ਜੋੜਿਆ ਜਾਂਦਾ ਹੈ। 6th ਹਾਊਸ ਨੂੰ। 8th ਹਾਊਸ ਤੋਂ ਆਪਣੇ ਰਿਚੁਅਲਸ ਨਾਲ ਜੋੜੋ, ਆਪਣੀ ਰੂਟਸ ਨਾਲ ਜੋੜੋ। ਓਕੇ। ਆਪਣੇ ਮਤਲਬ ਜ਼ਮੀਨ ਨਾਲ ਜੁੜ ਕੇ ਰਹੋ, ਆਪਣੇ ਰਿਚੁਅਲਸ ਨਾਲ ਜੁੜ ਕੇ ਰਹੋ। ਸਰ ਮੈਂ 8th ਹਾਊਸ ਦਾ ਉਪਾਅ ਆਹੀ ਦਿੰਦੀ ਹਾਂ, ਜੋ ਮੇਰਾ ਪਰਸਨਲੀ ਉਪਾਅ ਹੈ, ਮੈਂ ਸਭ ਨੂੰ ਜੋ ਦਿੰਦੀ ਹਾਂ, ਮੈਂ 8th ਹਾਊਸ ਨਾਲ ਜੋੜਦੀ ਹਾਂ। ਮੀਨਸ ਕਿ ਜਿੱਦਾਂ ਕੋਈ ਵਾਰੀ ਬਹੁਤ ਪਰੇਸ਼ਾਨ ਹੁੰਦੇ ਆ, 8th ਹਾਊਸ ਹੁੰਦਾ ਆਪਾਂ ਨੂੰ ਸਟ੍ਰੈਸ ਦਿੰਦਾ ਹੈ ਜੀ, ਤਾਂ ਮੈਂ ਸਹਿਜ ਪਾਠ ਜ਼ਰੂਰ ਕਹਿੰਦੀ ਹਾਂ ਸਭ ਨੂੰ ਕਿ ਸਹਿਜ ਪਾਠ ਸ਼ੁਰੂ ਕਰੋ, ਗੁਰਬਾਣੀ ਨੂੰ ਪੜ੍ਹੋ, ਉਹਨੂੰ ਸਮਝੋ, ਇੱਕ ਇੱਕ ਤੁਕ ਨੂੰ ਪੜ੍ਹ ਕੇ ਨਾ ਉਹਨੂੰ ਇੱਕ ਸਮਝੋ। ਹਰ ਚੀਜ਼ ਗੁਰਬਾਣੀ ਦੇ ਵਿੱਚ ਹੈ ਜੀ, ਹਰ ਚੀਜ਼ ਦਾ ਉਹਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਨੇ ਆਪਾਂ ਨੂੰ ਇੰਨਾ ਜ਼ਿਆਦਾ ਮਿਹਰ ਕੀਤੀ ਹੋਈ ਹੈ ਉਹਦੇ ਵਿੱਚ ਕਿ ਕਹਿੰਦੇ ਨਾ ਗੁਰੂ ਮੰਨਿਓ ਗ੍ਰੰਥ, ਮਤਲਬ ਉਹਨੂੰ ਹੀ ਆਪਣਾ ਗੁਰੂ ਮੰਨੋ। ਇੱਕ ਇੱਕ ਵਰਡ, ਇੱਕ ਇੱਕ ਲਾਈਨ ਦਾ ਆਪਣੇ ਕੋਲ ਆਨਸਰ ਹੈ। ਜਿਹੜਾ ਇਨਸਾਨ ਉਹਨੂੰ ਪ੍ਰੋਪਰ ਮਤਲਬ ਪੜ੍ਹਦਾ ਨਾ, ਇਲੈਬੋਰੇਟ ਕਰਕੇ ਸਮਝ ਕੇ ਪੜ੍ਹਦਾ ਹੈ, ਹਰ ਚੀਜ਼ ਦਾ ਮਤਲਬ ਉਹਦੇ ਵਿੱਚ ਆਨਸਰ ਹੈ, ਮਿਲ ਵੀ ਜਾਂਦਾ ਹੈ ਕਿਸੇ ਨਾ ਕਿਸੇ ਫਾਰਮ ਦੇ ਵਿੱਚ। ਤੁਹਾਡੇ ਸਾਹਮਣੇ ਕੋਈ ਰੀਲ ਆ ਜਾਏਗੀ ਜਾਂ ਤੁਹਾਨੂੰ ਕੋਈ ਗੱਲ ਕਰਦੇ ਹੋਏ ਤੁਹਾਨੂੰ ਉਹਦਾ ਜਵਾਬ ਵੀ ਮਿਲਦਾ ਹੈ। 12th ਹਾਊਸ ਆਪਣਾ ਜਿਹੜਾ ਹੈਗਾ ਉਹ ਜਿਵੇਂ ਦਾਨ ਪੁੰਨ ਨਾਲ ਆਪਾਂ ਰਿਲੇਟ ਕਰਦੇ ਹਾਂ। ਮੈਡੀਟੇਸ਼ਨ ਕਰੋ, ਧਿਆਨ ਲਗਾਓ, ਠਹਿਰਾਵ ਆਉਂਦਾ ਉਹਦੇ ਨਾਲ। ਦਾਨ ਪੁੰਨ ਕਰਨ ਨਾਲ ਕੀ ਹੁੰਦਾ, ਜਿਵੇਂ ਸਰ ਆਪਾਂ ਆਪਣੇ ਸਿੱਖ ਧਰਮ ਦੇ ਵਿੱਚ ਦਸਵੰਧ ਵੀ ਹੁੰਦਾ ਜੀ, ਦਸਵੰਧ ਕੱਢਦੇ ਹਾਂ, ਤਾਂ 12th ਹਾਊਸ ਨੂੰ ਉਸ ਚੀਜ਼ ਨਾਲ ਬੈਲੈਂਸ ਕਰਦੇ ਹਾਂ ਆਪਾਂ। ਤ੍ਰਿਕੋਣ ਸਟਰੋਂਗ ਕਰਵਾਉਣਾ ਹੈ, ਮਤਲਬ 1 5 9ਵੇਂ ਘਰ ਨੂੰ ਆਪਾਂ ਸਟਰੋਂਗ ਕਰਵਾਉਣਾ ਹੈ। ਠੀਕ ਹੈ। ਉਹ ਆਪਣੇ ਘਰ ਦੇ ਮਾਲਿਕ ਹੈ ਜੋ ਆਪਣੇ ਨਾਲ ਕਦੀ ਬੁਰਾ ਨਹੀਂ ਹੋਣ ਦੇਣਗੇ। ਇਹ ਪਹਿਲਾ ਘਰ, 5ਵਾਂ ਘਰ ਤੇ 9ਵਾਂ ਘਰ। ਕੀ ਬਾਤ ਹੈ, ਵਾਟ ਅ ਵੰਡਰਫੁਲ ਨੌਲੇਜ ਯਾਰ, ਜਿੰਨੀ ਤੁਸੀਂ ਨੌਲੇਜ ਦਿੱਤੀ ਹੈ। ਬਈ ਮੈਨੂੰ ਇੱਕ ਚੀਜ਼ ਸਮਝ ਆਈ ਕਿ ਕੁਛ ਵੀ ਬਾਹਰੋਂ ਸ਼ੁਰੂ ਨਹੀਂ ਹੁੰਦਾ, ਅੰਦਰੋਂ ਸ਼ੁਰੂ ਹੁੰਦਾ। ਇਟਸ ਇਨਰ ਸਾਈਡ ਓਨਲੀ। ਤੁਸੀਂ ਕੁਛ ਜ਼ਿੰਦਗੀ 'ਚ ਕਰਨਾ, ਪਹਿਲਾਂ ਤੁਸੀਂ ਅੰਦਰੋਂ ਸ਼ੁਰੂਆਤ ਕਰਦੇ ਹੋ ਉਹਦੀ। ਅਤੇ ਜੋ ਮੈਮ ਨੇ ਦੱਸਿਆ ਇਹ ਵੈਸੇ ਵੀ ਨੈਚੁਰਲ ਤੁਸੀਂ ਕਰੋ, ਇਹ ਵਧੀਆ ਹੀ ਹੁੰਦਾ ਵਾ। ਤੁਹਾਡੇ ਕਰਮ ਸੁਧਰਦੇ ਨੇ, ਤਾਂ ਤੁਹਾਡਾ ਕਰਮ ਸੁਧਰਦੇ ਨੇ, ਤੁਹਾਡੇ ਸਰਕਲ ਸੁਧਰਦਾ ਵਾ, ਤੁਹਾਡੀ ਬਾਣੀ ਸੁਧਰੇ, ਤੁਹਾਡੇ ਰਿਲੇਸ਼ਨਸ਼ਿਪ ਸੁਧਰਨ, ਵੈਸੇ ਤਰੱਕੀ ਮਿਲ ਜਾਂਦੀ ਹੈ। ਤਾਂ ਇਹ ਇੱਕ ਮਤਲਬ ਇੱਕ ਲੌਜੀਕਲ ਵੀ ਹੈਗਾ ਕਿ ਚੰਗੇ ਇਨਸਾਨ ਬਣਦੇ ਆ ਤਾਂ ਚੰਗਾ ਹੀ ਹੁੰਦਾ ਵਾ। ਹਰ ਚੀਜ਼ ਦੇ ਪਿੱਛੇ ਇੱਕ ਲੌਜਿਕ ਹੈ। ਬਾਕੀ ਠੀਕ ਹੈ ਸਰ, ਟਾਈਮ ਦਸ਼ਾ ਮਹਾਦਸ਼ਾ ਬਹੁਤ ਫਰਕ ਪਾਉਂਦੀ ਹੈ ਉਸ ਟਾਈਮ ਤੇ। ਤੁਸੀਂ ਟਾਈਮ ਦੀ ਬਹੁਤ ਗੱਲ ਕਰ ਰਹੇ ਹੋ ਹਰ ਇੱਕ ਚੀਜ਼ ਵਿੱਚ, ਤੁਸੀਂ ਟਾਈਮ ਤੇ ਬਹੁਤ ਬਿਲੀਵ ਕਰਦੇ ਹੋ। ਬਿਲਕੁਲ ਸਰ, ਸਮਾਂ। ਜੀ ਜੀ ਜੀ, ਚੀਜ਼ ਦਾ ਕਹਿੰਦੇ ਨਾ ਸਰ, ਇਹ ਚੀਜ਼ ਹੀ ਹੈ, ਸਮੇਂ ਤੇ ਹਰ ਚੀਜ਼ ਸਮੇਂ ਤੇ ਹੀ ਠਹਿਰੀ ਹੈ।
ਮੈਮ ਨੈਕਸਟ ਇਜ਼ ਸਾੜ ਸਤੀ ਤੇ ਢਈਆ। ਸਾੜ ਸਤੀ ਬਾਰੇ ਸੁਣਿਆ ਕਿ ਬੜਾ ਪ੍ਰੋਬਲਮੈਟਿਕ ਸੁਣਿਆ ਜਾਂਦਾ ਕਿ ਸਾੜ ਸਤੀ ਸ਼ੁਰੂ ਹੋ ਗਈ, ਤੇਰੇ ਤੇ ਤਾਂ ਸਾੜ ਸਤੀ ਚੱਲਦੀ ਪਈ ਆ। ਸਾੜ ਸਤੀ ਐਕਸਪਲੇਨ ਕਰੋ। ਤੇ ਢਈਆ ਬਈ ਸ਼ਨੀ ਜਿਹੜਾ ਪਲੈਨਟ ਹੈ 2.5 ਸਾਲ ਜਿੱਥੇ ਬਹਿ ਗਿਆ, ਬਹੁਤ ਹੌਲੀ ਹੌਲੀ ਨਿਕਲਦਾ ਉਹ ਪਲੈਨਟ ਤੋਂ ਜੀ। ਸੋ ਸ਼ਨੀ ਨੂੰ ਵਧੀਆ ਵੀ ਮੰਨਿਆ ਜਾਂਦਾ ਲੇਕਿਨ ਭਾਰਾ ਪਲੈਨਟ ਵੀ ਮੰਨਿਆ ਜਾਂਦਾ ਜੀ, ਬਈ ਸ਼ਨੀ ਦਾ ਤੇਰੇ ਤੇ ਪ੍ਰਭਾਵ ਹੈਗਾ। ਸਾੜ ਸਤੀ ਤੇ ਢਈਆ ਬਾਰੇ ਦੱਸੋ ਜੀ। ਹਾਂਜੀ ਸਰ, ਸ਼ਨੀ ਦੀ ਸਾੜ ਸਤੀ ਤੇ ਢਈਆ ਬਾਰੇ ਆਪਾਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ। ਜਿਵੇਂ 7.5 ਸਾਲ ਰਹਿੰਦੀ ਹੈ ਸਾੜ ਸਤੀ, 7.5 ਸਾਲ 7.5 ਸਾਲ। ਹਾਂਜੀ 12 ਘਰ ਹੁੰਦੇ ਨੇ, ਹਰ ਕਿਸੇ ਦੀ ਕੁੰਡਲੀ ਦੇ ਵਿੱਚ 12 ਘਰ ਹੁੰਦੇ ਨੇ। 12 ਘਰਾਂ ਦੇ ਵਿੱਚੋਂ 30 ਸਾਲਾਂ ਵਿੱਚ ਆਪਣਾ ਚੱਕਰ ਪੂਰਾ ਕਰਦਾ। 2.5 ਸਾਲ ਇੱਕ ਘਰ 'ਚ ਰਹੇਗਾ, ਜਦੋਂ 12 ਨੂੰ ਕਰਾਂਗੇ ਆਪਾਂ 2.5 ਨਾਲ ਤੇ 30 ਸਾਲ ਪੂਰੇ ਨਿਕਲਦੇ। ਸਭ ਤੋਂ ਸਲੋਐਸਟ ਪਲੈਨਟ ਹੈ ਸ਼ਨੀ ਦੀ ਜਿਹੜੀ ਚਾਲ ਹੈ ਉਹ ਹੌਲੀ ਹੌਲੀ ਚੱਲਦਾ ਹੈ ਸ਼ਨੀ। ਇੱਕ ਘਰ ਦੇ ਵਿੱਚ 2.5 ਸਾਲ ਰਹੇਗਾ ਤਾਂ ਹੋ ਗਏ ਇਹਦੇ ਵਿੱਚ ਸਾੜ ਸਤੀ ਦੇ ਆ ਗਏ ਟੋਟਲ 7.5 ਸਾਲ। 2.5 ਸਾਲ ਜਿਹੜਾ ਹੁੰਦਾ ਫਸਟ ਫੇਜ਼, 2.5 ਸਾਲ ਸੈਕਿੰਡ ਫੇਜ਼ ਤੇ 2.5 ਸਾਲ ਹੀ ਹੁੰਦਾ ਲਾਸਟ ਫੇਜ਼ ਚੱਲਦਾ ਹੈ। ਫਸਟ ਫੇਜ਼ ਹੁੰਦਾ ਉਹਨਾਂ ਦਾ ਰਾਈਜ਼ਿੰਗ ਫੇਜ਼, ਸੈਕਿੰਡ ਮਿਡਲ, ਥਰਡ ਹੁੰਦਾ ਡਿਕਲਾਈਨ ਫੇਜ਼। ਆਂਦੀ ਸਾੜ ਸਤੀ ਤੇ ਜਾਂਦੀ ਸਾੜ ਸਤੀ ਤੰਗ ਕਰਦੀ ਹੈ। ਵਿੱਚੋਂ ਕੁਛ ਟਾਈਮ ਆਉਂਦਾ ਹੈ ਅੱਛੀ ਵੀ ਰਹਿੰਦੀ ਹੈ, ਕੁਛ ਟਾਈਮ ਆਉਂਦਾ ਹੈ ਕਿ ਖਰਾਬ ਵੀ ਰਹਿੰਦੀ ਹੈ। ਹੁਣ ਉਸ ਤੋਂ ਬਾਅਦ ਆਉਂਦੀ ਹੈ ਢਈਆ, ਆਉਂਦੀ ਹੈ 2 ਵਾਰ। 30 ਸਾਲ ਦੇ ਵਿੱਚ 2 ਵਾਰ ਢਈਆ ਆਏਗੀ। ਇੱਕ ਵਾਰੀ 2.5 ਸਾਲ ਦੀ ਆਏਗੀ, ਫਿਰ 2.5 ਸਾਲ ਦੀ ਆਏਗੀ, ਜਦੋਂ ਟ੍ਰਾਂਜ਼ਿਟ ਦੇ ਅਕੋਰਡਿੰਗ ਆਪਣੀ ਚੰਦਰ ਰਾਸ਼ੀ ਤੋਂ ਦੇਖਿਆ ਜਾਂਦੀ ਹੈ। ਚੌਥੇ ਨੰਬਰ ਦੇ ਵਿੱਚ ਸ਼ਨੀ ਆਏਗਾ ਤੇ 8ਵੇਂ ਘਰ ਦੇ ਵਿੱਚ ਜਦੋਂ ਸ਼ਨੀ ਆਏਗਾ, 4 ਨੰਬਰ ਹਾਊਸ 'ਚ ਤੇ 8 ਨੰਬਰ ਹਾਊਸ ਦੇ ਵਿੱਚ ਰਾਸ਼ੀ ਦੇ ਅਕੋਰਡਿੰਗ। ਹਾਂਜੀ, ਇਸੇ ਤਰ੍ਹਾਂ ਇਹ ਹੋ ਗਏ 7.5 ਸਾਲ ਉਹ ਹੋ ਗਏ ਤੇ 5 ਸਾਲ ਇਹ ਹੋ ਗਏ। 12.5 ਸਾਲ ਸ਼ਨੀ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ। ਠੀਕ ਹੈ। ਤਾਂ ਆਉਂਦੇ ਸਾੜ ਸਤੀ ਤੇ ਢਈਆ। ਇਸ ਟਾਈਮ ਆਪਾਂ ਨੂੰ ਆਪਣੇ ਕਰਮਾਂ ਦਾ ਫਲ ਮਿਲਦਾ ਹੈ। ਹੁਣ ਕਰਮ ਕਿਹੜੇ ਜੀ, ਜਿਹੜੇ ਆਪਾਂ ਬੁਰੇ ਚੰਗੇ ਕਰਦੇ ਹਾਂ ਉਹ ਕਰਮ। ਠੀਕ ਆ। ਸ਼ਨੀ ਦਾ ਜਿਹੜਾ ਪ੍ਰਭਾਵ ਆ ਕਿਹੜੇ ਪਲੈਨਟ 'ਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਵੀ ਇਹ ਪਲੈਨਟ 'ਚ ਬਹਿ ਗਿਆ, ਹੁਣ ਥੋੜਾ ਜਿਹਾ ਬਚ ਕੇ ਰਹਿਣਾ ਪੈਣਾ, ਤੇ ਕਿਹੜਾ ਉਹ ਪਲੈਨਟ ਆ ਕਿਹੜਾ ਹਾਊਸ ਆ ਬਈ ਉਹਦੇ ਵਿੱਚ ਚੰਦਰ ਬਹਿ ਗਿਆ ਤਾਂ ਬਸ ਵਾਰੇ ਨਿਆਰੇ ਹੁੰਦੇ? ਸ਼ਨੀ ਸਰ 1 ਨੰਬਰ ਦੇ ਵਿੱਚ ਬੈਠ ਜਾਵੇ ਤਾਂ ਨੀਚ ਦਾ ਹੁੰਦਾ ਹੈ ਸ਼ਨੀ ਉੱਥੇ। 1 ਨੰਬਰ ਦੇ ਵਿੱਚ ਸ਼ਨੀ ਬੈਠੇ, 5 ਨੰਬਰ ਦੇ ਵਿੱਚ ਬੈਠੇ, 8 ਨੰਬਰ, ਕਿਉਂਕਿ ਇਹ 3 ਜਿਹੜੇ ਹੈਗੇ ਨੇ ਮੰਗਲ ਦਾ ਤੇ ਸੂਰਿਆ ਦਾ, ਇਹਦੇ ਸ਼ਤਰੂ ਤੇ ਘਰ ਨੇ। ਮਤਲਬ ਡਿਸਕੰਫਰਟ ਹੋ ਕੇ ਬੈਠ ਗਿਆ ਸ਼ਨੀ, ਤੇ ਇਹਨਾਂ ਦੇ ਜਦੋਂ ਐਸਪੈਕਟ ਪੈਣਗੇ 1 ਨੰਬਰ ਤੇ, 5 ਨੰਬਰ ਤੇ 8 ਨੰਬਰ ਤੇ ਬੁਰੇ ਪੈਣਗੇ। ਇਹ ਜਿਹੜੇ ਇਹ ਵਾਲੇ ਰਾਸ਼ੀਆਂ ਨੂੰ ਜਾਂ ਇਹ ਵਾਲੇ ਹਾਊਸਿਸ ਨੂੰ ਫਿਰ ਸ਼ਨੀ ਛੱਡਦਾ ਨਹੀਂ। ਨੀਚ ਰਾਸ਼ੀ ਹੈ, ਨੀਚ ਦ੍ਰਿਸ਼ਟੀਆਂ ਆਪਾਂ ਕਹਿ ਰਹੇ ਹਾਂ। ਅਗਰ ਅੱਜ ਤੋਂ ਪਹਿਲੇ ਆਪਾਂ ਮਾਰਚ ਤੋਂ ਪਹਿਲੇ ਜਾਈਏ 2.5 ਸਾਲ ਪਿੱਛੇ ਜਾਈਏ, ਉਦੋਂ ਸ਼ਨੀ ਸੀ 11 ਨੰਬਰ ਦੇ ਵਿੱਚ। ਜਦੋਂ ਸ਼ਨੀ 11 ਨੰਬਰ ਦੇ ਵਿੱਚ ਸੀ, ਉਹਦਾ ਜਿਹੜਾ ਤੀਸਰਾ ਐਸਪੈਕਟ ਸੀ 1 ਨੰਬਰ ਤੇ, 7ਵਾਂ ਸੀ 5 ਨੰਬਰ ਤੇ, ਤੇ ਜਿਹੜਾ ਉਹਦਾ 10ਵਾਂ ਐਸਪੈਕਟ ਹੁੰਦਾ ਉਹ ਸੀ 8 ਨੰਬਰ ਤੇ। ਸਭ ਦੀ ਲਾਈਫ ਡਿਸਟਰਬ ਸੀ ਉਦੋਂ ਕਿਸੇ ਨਾ ਕਿਸੇ ਐਸਪੈਕਟ ਤੋਂ ਲੈ ਕੇ। ਸਾੜ ਸਤੀ ਤੇ ਢਈਆ ਹਮੇਸ਼ਾ ਹਰ ਰਾਸ਼ੀ ਦੇ ਵਿੱਚ ਕਿਸੇ ਨਾ ਕਿਸੇ ਦੀ ਚਲਦੀ ਰਹਿੰਦੀ ਹੈ। ਸਾੜ ਸਤੀ ਬੇਸਿਕਲੀ ਸਰ, ਸਾੜ ਸਤੀ ਤੋਂ ਕੋਈ ਉਪਾਅ ਨਹੀਂ, ਬਚਣ ਦਾ ਇੱਕੋ ਹੀ ਤਰੀਕਾ ਹੈ, ਇਸ ਟਾਈਮ ਰਹੋ ਸ਼ਾਂਤ। ਜਿੰਨਾ ਪੇਸ਼ੈਂਸ ਨਾਲ ਚੱਲਾਂਗੇ, ਸ਼ਨੀ ਨੂੰ ਚਾਹੀਦੀ ਪੇਸ਼ੈਂਸ ਤੇ ਸੱਚਾਈ। ਜਿੰਨੀ ਪੇਸ਼ੈਂਸ ਨਾਲ ਚੱਲਾਂਗੇ ਉਨਾ ਹੀ ਵਧੀਆ ਰਿਜ਼ਲਟ ਬਾਅਦ ਵਿੱਚ। ਜਾਂਦੀ ਜਾਂਦੀ ਸਾੜ ਸਤੀ ਇੱਕ ਲਾਈਫ ਨੂੰ ਟਰੈਕ ਦੇ ਕੇ ਜਾਂਦੀ ਹੈ, ਸੈੱਟ ਕਰਕੇ ਹੀ ਜਾਂਦੀ ਹੈ। ਅੱਛਾ ਮੈਮ, ਮੈਂ ਸੁਣਿਆ ਕੁਝ ਬਹੁਤ ਵੱਡੀ ਚੀਜ਼ ਹੋਣੀ ਹੁੰਦੀ ਹੈ, ਐਸਟ੍ਰੋਲੋਜੀ 'ਚ ਪਤਾ ਲੱਗ ਜਾਂਦਾ ਬਈ ਕੋਈ ਐਕਸੀਡੈਂਟ ਹੋਣਾ, ਨੁਕਸਾਨ ਹੋਣਾ, ਐਨੀਥਿੰਗ ਕੁਛ ਹੈਪਨ ਹੋਣਾ, ਉਹ ਸਾਫ਼ ਕਰਦੇ ਪਤਾ ਲੱਗ ਜਾਂਦਾ ਵੀ ਆਹ ਮਹੀਨਿਆਂ 'ਚ ਤੂੰ ਸ਼ਾਂਤ ਰਹਿਣਾ ਜਾਂ ਆਹ ਸਾਲ ਕੰਮ ਠੰਡਾ ਚੱਲੂਗਾ, ਚੱਲਦੇ ਰਹੋ। ਇਹ ਕਿੱਦਾਂ ਪਤਾ ਲੱਗਦਾ ਤੇ ਤੁਸੀਂ ਕਿਹੜੀ ਪ੍ਰੈਡਿਕਸ਼ਨਸ ਦੇਖਦੇ ਹੁੰਦੇ ਹੋ? ਹਾਂਜੀ ਸਰ ਆਪਾਂ ਦਸ਼ਾ ਅੰਤਰਦਸ਼ਾ ਤੋਂ ਜ਼ਿਆਦਾ ਦੇਖਦੇ ਹਾਂ। ਦਸ਼ਾ ਵਿੱਚ ਜਿਵੇਂ ਕਿਸੇ ਦੇ ਮਾਰਕਿਸ਼ ਲੱਗਿਆ ਹੋਇਆ ਹੋਵੇ, ਪ੍ਰੋਪਰ ਮਾਰਕਿਸ਼ ਐਕਟਿਵ ਹੋਵੇ, 6, 8, 12 ਘਰ ਐਕਟਿਵ ਹੋਵੇ, ਮੀਨਸ ਕਿ ਐਕਟਿਵ ਨੂੰ ਕੀ ਮੰਨਦੇ ਆ? ਐਕਟਿਵ ਮਤਲਬ ਕਿ ਉਹ ਵਾਲੇ ਘਰ ਦੀ ਚਲਦੀ ਪਈ ਹੋਵੇ, ਦਸ਼ਾ ਚੱਲ ਰਹੀ ਹੋਵੇ, ਅੰਤਰਦਸ਼ਾ ਚੱਲ ਰਹੀ ਹੋਵੇ, ਸੂਖਸ਼ਮ ਦਸ਼ਾ ਚੱਲ ਰਹੀ ਹੋਵੇ, ਫਿਰ ਆਪਾਂ ਕਹਿੰਦੇ ਹਾਂ ਕਿ ਇਹ ਵਾਲੇ ਜਿਹੜੇ ਹਾਊਸਿਸ ਨੇ ਉਹ ਐਕਟਿਵ ਹੈ। ਇਸ ਟਾਈਮ ਜਾਂ ਇਸ ਦਿਨ ਤੁਸੀਂ ਆਪਣਾ ਧਿਆਨ ਰੱਖਣਾ। ਇਹ ਚੀਜ਼ ਇਹ ਪ੍ਰੋਪਰ ਕੁੰਡਲੀ ਪੜ੍ਹ ਕੇ ਹੀ ਦੇਖਿਆ ਜਾਂਦਾ ਹੈ, ਇੱਦਾਂ ਨਹੀਂ। ਪ੍ਰੋਪਰ ਇੱਕ ਪ੍ਰਿਸਕ੍ਰਾਈਬ ਮਤਲਬ ਪ੍ਰੋਪਰ ਇੱਕ ਚੀਜ਼ ਨੂੰ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਜਦੋਂ ਜਾਂਦੇ ਹਾਂ ਉਦੋਂ ਪਤਾ ਚੱਲਦਾ ਆਪਾਂ ਨੂੰ ਕਿ ਕਿਹੜੇ ਘਰ ਆਪਣੇ ਐਕਟਿਵ ਹੈ ਇਸ ਟਾਈਮ 'ਤੇ। ਸਾੜ ਸਤੀ ਚੱਲ ਰਹੀ ਹੈ, ਢਈਆ ਚੱਲ ਰਹੀ ਹੈ, ਕਿਹੜੀ ਐਸਪੈਕਟ ਨੀਚ ਦਾ ਚੱਲ ਰਿਹਾ ਹੈ, ਕਿਹੜੇ ਹਾਊਸ 'ਤੇ ਪੈ ਰਹੇ ਆ। ਅਗਰ ਲਗਨ ਚਾਰਟ ਦੇ ਵਿੱਚ ਵੀ ਉੱਦਾਂ ਹੋਵੇ ਪਲੱਸ ਟ੍ਰਾਂਜ਼ਿਟ ਵੀ ਉੱਦਾਂ ਦਾ ਹੋਵੇ ਤਾਂ ਡਬਲ ਪਾਵਰ ਲੱਗ ਜਾਂਦੀ ਹੈ, ਫਿਰ ਜ਼ਿਆਦਾ ਚਾਂਸਿਸ ਹੋ ਜਾਂਦੇ ਆ। ਫਿਰ ਉਸ ਟਾਈਮ 'ਤੇ ਆਪਾਂ ਮਨਾ ਕਰਦੇ ਹਾਂ। ਜਿਵੇਂ ਰਾਹੂ ਦੇ ਵਿੱਚ ਰਾਹੂ, ਕੇਤੂ ਦੇ ਵਿੱਚ ਰਾਹੂ, ਕੇਤੂ ਦੇ ਵਿੱਚ ਕੇਤੂ, ਇਹ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਦੋਂ ਥੋੜ੍ਹਾ ਜਿਹਾ ਡਿਸਟਰਬਿੰਗ ਟਾਈਮ ਚੱਲਦਾ ਹੈ। ਅਤੇ ਉਸ ਟਾਈਮ 'ਤੇ ਮੇਨ ਜ਼ਰੂਰੀ ਹੁੰਦੀ ਹੈ ਮੈਂਟਲ ਪੀਸ। ਕਿਉਂਕਿ ਜਦੋਂ ਟਾਈਮ ਖਰਾਬ ਚੱਲ ਰਿਹਾ ਹੁੰਦਾ, ਇਨਸਾਨ ਕਿੱਥੇ ਵਿਗੜਦਾ? ਜਦੋਂ ਇੱਕ ਗਲਤੀ ਦੇ ਉੱਪਰ ਆਪਾਂ ਇੱਕ ਗਲਤੀ ਹੋ ਗਈ, ਟਾਈਮ ਮਾੜਾ ਸੀ, ਆਪਾਂ ਗਲਤੀ ਦੇ ਉੱਪਰ ਜਦੋਂ ਗਲਤੀ ਕਰਦੇ ਹਾਂ ਨਾ, ਉੱਥੇ ਸਾਰੀ ਸਿਚੁਏਸ਼ਨ ਖਰਾਬ ਹੋ ਜਾਂਦੀ ਹੈ। ਜੀ, ਤਾਂ ਪ੍ਰੋਪਰ ਗਾਈਡੈਂਸ ਦਿੱਤੀ ਜਾਂਦੀ ਹੈ। ਸਰ ਮੈਂ ਨਾ ਕਦੀ ਲੁਕੋਇਆ ਨਹੀਂ ਕਿਸੇ ਵੀ ਕਲਾਇੰਟ ਤੋਂ ਕਿ ਮੈਨੂੰ ਸਾਫ਼ ਦੱਸ ਦੇਣ ਕਿ ਇਸ ਟਾਈਮ ਇਹ ਵਾਲਾ ਟਾਈਮ ਚੱਲ ਰਿਹਾ। ਆਪਣੇ ਰਾਹੂ ਦੇ ਵਿੱਚ ਜਿਵੇਂ ਬਹੁਤ ਇਲਿਊਜ਼ਨਸ ਹੁੰਦੇ ਆ,
ਜਿਵੇਂ ਆਪਾਂ ਕਹਿ ਦਿੰਦੇ ਨਾ ਪੰਜਾਬੀ 'ਚ ਦਿਮਾਗ ਉੱਡਿਆ ਰਹਿੰਦਾ ਹੈ, ਸਮਝ ਹੀ ਨਹੀਂ ਪੈਂਦੀ, ਬਹੁਤ ਲੂਪ 'ਚ ਫਸਦਾ ਇਨਸਾਨ, ਗਲਤੀ ਦੇ ਉੱਤੇ ਗਲਤੀ ਕਰੇਗਾ, ਫਸੇਗਾ। ਪਰ ਸਰ ਜਿਹੜੇ ਰੈਗੂਲਰ ਜਿਨ੍ਹਾਂ ਵਿਸ਼ਵਾਸ ਹੈ ਜਾਂ ਜਿਨ੍ਹਾਂ ਦਾ ਟਰਸਟ ਬਣਿਆ ਹੋਇਆ ਹੈ, ਫਿਰ ਉਹ ਧਿਆਨ ਰੱਖਦੇ ਵੀ ਹੈ, ਆਪਣਾ ਮੰਨਦੇ ਵੀ ਹੈ। ਗੱਲ ਸਲਾਹ ਦੀ ਨਹੀਂ ਹੈ, ਗੱਲ ਸਲਾਹ ਲੈ ਕੇ ਉਹਨੂੰ ਮੰਨਣਾ ਵੀ ਜ਼ਰੂਰੀ ਹੈ। ਜੀ ਜੀ ਜੀ। ਬਸ ਮੈਂ ਐਸਟ੍ਰੋਲੋਜੀ ਐਸਾ ਟੌਪਿਕ ਆ, ਮੈਂ ਕਹਿੰਦਾ ਹੁੰਦਾ ਜਿਹਦੇ ਲਈ ਕਾਂ ਚਿੱਟਾ ਉਹਦੇ ਲਈ ਚਿੱਟਾ ਹੀ ਰਹਿਣਾ। ਉਹਨੂੰ ਹਰ ਇੱਕ ਚੀਜ਼ ਐਂ ਲੱਗੀ ਜਾਣੀ ਹੈ ਕਿ ਨਹੀਂ ਇਹ ਕੁਛ ਨਹੀਂ ਹੁੰਦਾ, ਇਹ ਕੁਛ ਨਹੀਂ ਹੁੰਦਾ। ਸੋ ਅਗਰ ਤੁਸੀਂ ਸਾਇੰਸ ਦੇ ਅਕੋਰਡਿੰਗ ਸਮਝਦੇ ਹੋ, ਕਾਫੀ ਚੀਜ਼ਾਂ ਅੱਜ ਦੇ ਟਾਈਮ ਵਿੱਚ 2026 ਵਿੱਚ ਆਪਾਂ ਨੂੰ ਲੱਗਦਾ ਸੀ ਨਹੀਂ ਹੁੰਦੀਆਂ, ਜਹਾਜ਼ ਨਹੀਂ ਉੱਡਣਾ, AI ਨਹੀਂ ਹੋਣੀ, ਆ ਗਈ ਨਾ, ਕਾਰਾਂ ਵੀ ਹਵਾ 'ਚ ਉੱਡਣੀਆਂ ਨੇ। ਅੱਜ ਵੀ ਤੁਸੀਂ ਕਹਿੰਦੇ ਹੋ ਕਿ ਕਾਰਾਂ ਹਵਾ 'ਚ ਕਿਵੇਂ ਉੱਡ ਸਕਦੀਆਂ, ਉੱਡ ਜਾਣੀਆਂ ਨੇ। ਸੋ ਜਿਹੜੀ ਚੀਜ਼ ਦਾ ਬਈ ਇਹ ਤਾਂ ਆਪਾਂ ਰਿਪੀਟਡ ਆਪਾਂ ਜਿਉ ਰਹੇ ਹਾਂ ਜ਼ਿੰਦਗੀ, 100 ਸਾਲ ਪਹਿਲਾਂ ਚੀਜ਼ਾਂ ਹੋ ਚੁੱਕੀਆਂ, ਜਦ ਹਜ਼ਾਰਾਂ ਸਾਲ ਪਹਿਲਾਂ। ਸੋ ਜਿਹੜੇ ਗ੍ਰੰਥ ਲਿਖੇ ਗਏ ਉਹ ਬਹੁਤ ਪੁਰਾਣੇ ਗ੍ਰੰਥ ਨੇ। ਆਪਣਾ ਕੋਈ ਲੌਜਿਕ ਨਹੀਂ ਬਣਦਾ ਆਪਾਂ ਕਿਸੇ ਨੂੰ ਜੱਜਮੈਂਟ ਦਈਏ। ਹਰ ਇੱਕ ਦੀ ਜ਼ਿੰਦਗੀ ਅਲੱਗ ਆ, ਹਰ ਇੱਕ ਦੇ ਹਾਲਾਤ ਅਲੱਗ ਨੇ ਮੈਮ। ਅਤੇ ਮੈਨੂੰ ਲੱਗਦਾ ਕਿ ਆਪਾਂ ਨੂੰ, ਤੁਹਾਡਾ ਯਕੀਨ ਹੈ ਨਹੀਂ ਹੈ, ਲੇਕਿਨ ਸਾਇੰਸ ਨੂੰ ਸਮਝਣਾ ਅਤੇ ਨੌਲੇਜ ਹੋਣੀ ਜ਼ਰੂਰੀ ਹੈ। ਸੋ ਤੁਹਾਡੇ ਲਈ ਜੇ ਕਾਂ ਹਜੇ ਵੀ ਚਿੱਟਾ ਤਾਂ ਚਿੱਟਾ ਹੀ ਰਹਿਣਾ, ਉਹਨੂੰ ਅਸੀਂ ਕਾਲਾ ਨਹੀਂ ਕਰ ਸਕਦੇ। ਸੋ ਮੈਮ ਐਸਟ੍ਰੋਲੋਜੀ ਜਾਂ ਕੋਈ ਵੀ ਐਸਾ ਟੌਪਿਕ ਉਹ ਕਈਆਂ ਲਈ ਇੱਦਾਂ ਹੀ ਹੁੰਦਾ ਕਿ ਨਹੀਂ ਇਹ ਕੁਛ ਨਹੀਂ ਹੁੰਦਾ। ਐਟਲੀਸਟ ਪਤਾ ਕਿ ਇਨਸਾਨ ਦਾ ਕਸੂਰ ਵੀ ਨਹੀਂ ਹੁੰਦਾ। ਮੇਰਾ ਇਹ ਮੰਨਣਾ ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ, ਕੋਈ ਕਸੂਰ ਉਹਨਾਂ ਦਾ ਵੀ ਨਹੀਂ ਹੁੰਦਾ। ਕਈ ਵਾਰੀ ਨਾ ਸਰ ਸਾਹਮਣੇ ਵਾਲਾ ਦੇ ਵਿੱਚ ਆਪਾਂ ਕਲਾਇੰਟ ਦੀ ਗਲਤੀ ਵੀ ਨਹੀਂ, ਜਾਂ ਕਿਸੇ ਆਮ ਜਨਤਾ, ਉਹਨਾਂ ਦਾ ਐਕਸਪੀਰੀਅੰਸ ਹੋ ਸਕਦਾ ਮਾੜੇ ਰਹੇ ਹੋਣ, ਉਹਨਾਂ ਨੂੰ ਕੋਈ ਮਿਲਿਆ ਹੀ ਇੱਦਾਂ ਹੋਵੇ ਜਿੱਥੇ ਉਹਨਾਂ ਦਾ ਟਰਸਟ ਟੁੱਟ ਗਿਆ ਹੋਵੇ। ਵਾਕਈ ਬਸ ਇੱਦਾਂ ਵੀ ਆਉਂਦੇ ਆ ਬਹੁਤ ਡਰੇ ਹੋਏ ਹੁੰਦੇ ਆ, ਉਹਨਾਂ ਨੂੰ ਹੁੰਦਾ ਕਿ ਪਹਿਲੇ ਸਾਡੇ ਨਾਲ ਗਲਤ ਹੋ ਗਿਆ, ਅਸੀਂ ਕਿਸੇ ਦੇ ਮਗਰ ਲਾ ਕੇ ਟਰੂ ਗਾਈਡੈਂਸ ਨਹੀਂ ਮਿਲੀ ਹੁੰਦੀ। ਗਾਈਡੈਂਸ ਦੇਣੀ ਬਹੁਤ ਜ਼ਰੂਰੀ ਹੈ ਟਰੂ, ਕਿਉਂਕਿ ਆਪਾਂ ਜਦੋਂ ਆਪਣੇ ਕੋਲ ਕੋਈ ਆ ਰਿਹਾ ਪਹਿਲੀ ਪਰੇਸ਼ਾਨ ਹੈ, ਕਿਉਂਕਿ ਲਾਈਨ ਹੀ ਇੱਦਾਂ ਦੀ ਹੈ ਸਰ, ਕੋਈ ਖੁਸ਼ ਹੋ ਕੇ ਤਾਂ ਕੋਈ ਵੀ ਨਹੀਂ ਆਏਗਾ, ਹਮੇਸ਼ਾ ਹਰ ਕੋਈ ਪਰੇਸ਼ਾਨ ਹੀ ਹੋਇਆ ਹੁੰਦਾ। ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਇਨਸਾਨ ਖੁਸ਼ ਹੋ ਕੇ ਤਾਂ ਜਨਰਲ ਪ੍ਰੈਡਿਕਸ਼ਨ ਕਰਵਾਉਣ ਆਵੇ, ਜ਼ਿਆਦਾਤਰ ਇਨਸਾਨ ਫਸਿਆ ਹੀ ਹੁੰਦਾ। ਮੇਰੇ ਕੋਲ ਤਾਂ ਸਰ ਐਵੇਂ ਦੇ ਕਲਾਇੰਟਸ ਵੀ ਆਉਂਦੇ ਨੇ ਜਿਨ੍ਹਾਂ ਨਾਲ ਰਿਪੀਟਿਡ ਕਾਲਸ ਹੁੰਦੀਆਂ ਨਾ ਵਾਰ-ਵਾਰ, ਉਹ ਕਈ ਵਾਰੀ ਵੈਸੇ ਹੀ ਫਰਸਟ੍ਰੇਟ ਹੁੰਦੇ ਨੇ ਨਾ, ਬਸ ਅਸੀਂ ਵੈਸੇ ਹੀ ਗੱਲ ਕਰਨੀ ਹੈ, ਬੁਕਿੰਗ ਕਰਵਾਉਂਦੇ ਨੇ, ਕਿਸੇ ਗੱਲ ਕਰਨੀ, ਆਪਣੀ ਫਰਸਟ੍ਰੇਸ਼ਨ ਕੱਢ ਦਿੰਦੇ, ਫਿਰ ਕਹਿੰਦੇ ਹਲਕਾ ਲੱਗ ਰਿਹਾ, ਸਾਨੂੰ ਹੁਣ ਠੀਕ ਲੱਗ ਰਿਹਾ ਹੈ। ਮਤਲਬ ਇੰਨੀ ਕੋ ਬੌਂਡਿੰਗ ਆਪਣੇ ਕਲਾਇੰਟਸ ਨਾਲ ਮੈਂ ਆਪਣੇ ਬਣਾਈ ਹੋਈ ਹੈ ਕਿ ਉਹਨਾਂ ਨੂੰ ਠੀਕ ਲੱਗਦਾ ਹੈ, ਕਿਉਂਕਿ ਪਤਾ ਚੱਲਦਾ ਆਪਾਂ ਨੂੰ ਪਤਾ ਹੈ ਕਿ ਉਹ ਪਰੇਸ਼ਾਨ ਹੈ ਇਸ ਟਾਈਮ ਤੇ, ਸੁਣ ਲਈ ਗੱਲ ਸੁਣ ਨਹੀਂ ਰਿਹਾ, ਕੋਈ ਗੱਲ ਹੀ ਸੁਣ ਲੈ। ਅੱਜ ਕੱਲ੍ਹ ਕਿਸੇ ਕੋਲ ਐਕਚੁਅਲੀ ਲੇਡੀਜ਼ ਘਰੇ ਹੁੰਦੀਆਂ, ਉਹਨਾਂ ਕੋਲ ਕੋਈ ਗੱਲ ਕਹਿਣ ਵਾਲਾ ਸੁਣਨ ਵਾਲਾ ਹੁੰਦਾ ਨਹੀਂ, ਸਿਰਫ ਇੱਕ ਦੋਸਤ ਦੀ ਤਰ੍ਹਾਂ। ਤੁਸੀਂ ਲਾਈਫ ਕੋਚ ਵੀ ਹੋ, ਵੀ ਦਿਲ ਦਾ ਹਾਲ ਸੁਣਾ ਦਿੰਦਾ ਅਗਲਾ। ਕਾਉਂਸਲਿੰਗ ਬਹੁਤ ਜ਼ਰੂਰੀ ਹੈ, ਕਾਉਂਸਲਿੰਗ ਬਹੁਤ ਜ਼ਰੂਰੀ ਹੈ, ਇਹਦੇ ਵਿੱਚ ਕਾਉਂਸਲਿੰਗ ਪਾਰਟ ਸਭ ਤੋਂ ਜ਼ਰੂਰੀ ਰਹਿੰਦਾ ਹੈ। ਯਾਰ ਜ਼ਿੰਦਗੀ ਵੈਸੇ ਨਾ ਬਹੁਤ ਖੂਬਸੂਰਤ ਆ, ਜਿਹਨੇ ਜਨਮ ਦਿੱਤਾ ਉਹਨੇ ਸੋਚ ਕੇ ਜਨਮ ਦਿੱਤਾ। ਤੁਸੀਂ ਇਸ ਧਰਤੀ ਤੇ ਆਏ ਹੋ, ਹਰਡਲਸ ਪ੍ਰੋਬਲਮਸ ਚੱਲਦੀਆਂ ਰਹਿਣੀਆਂ, ਬਟ ਉਹਨੂੰ ਪਤਾ ਵੀ ਦਾਣੇ ਪਾਉਣ ਵਾਲੇ ਨੇ ਪਾ ਦੇਣੇ ਨੇ। ਤੁਸੀਂ ਮਿਹਨਤ ਕਰੋ, ਕਰਮ ਚੰਗੇ ਰੱਖੋ, ਅਤੇ ਤੁਹਾਡੀ ਐਗਜ਼ਿਸਟੈਂਸ ਕਿਸੇ ਨੂੰ ਪਰੇਸ਼ਾਨ ਨਾ ਕਰੇ। ਸਪਿਰਿਚੁਅਲ ਹੋ ਜਾਓ, ਰੱਬ ਦਾ ਨਾਮ ਲਓ, ਮਾਪਿਆਂ ਦੀ ਸੇਵਾ ਕਰੋ। ਆਹ 4-5 ਚੀਜ਼ਾਂ ਕਰ ਲਿਆ, ਵੈਸੇ ਹੀ ਜ਼ਿੰਦਗੀ ਤੁਹਾਡੀ ਸਵਰ ਜਾਣੀ ਹੈ। ਮੈਨੂੰ ਲੱਗਦਾ ਉਹੀ ਤੁਹਾਡੇ ਪਲੈਨਟਸ ਕਲੀਅਰ ਹੋ ਜਾਂਦੇ ਨੇ। ਸੋ ਨੈਕਸਟ ਮੈਮ ਨਕਸ਼ਤਰਾਂ ਦੀ ਗੱਲ ਕਰਦੇ ਹਾਂ। ਜੀ ਸਰ, ਇਹਦੇ ਬਾਰੇ ਦੱਸੋ ਮੈਮ, ਇਹ ਕੀ ਹੁੰਦਾ ਵਾ, ਇਹ ਕਿਵੇਂ ਇਫੈਕਟ ਕਰਦਾ, ਜਾਂ ਇਹ ਕਿਹੜੀ ਚੀਜ਼ ਮੈਨੂੰ ਨੌਲੇਜ ਨਹੀਂ ਹੈਗੀ। ਨਕਸ਼ਤਰਾ ਮੈਂ ਪਹਿਲੀ ਵਾਰ ਇੰਟਰੋਡਿਊਸ ਕਰ ਰਿਹਾ ਟੌਪਿਕ। ਠੀਕ ਹੈ ਸਰ। ਸਰ ਨਕਸ਼ਤਰ ਆਪਣੇ ਜਿਵੇਂ ਨਾ ਪ੍ਰੋਪਰ ਬ੍ਰਹਮੰਡ ਦੇ ਵਿੱਚ 27 ਨਕਸ਼ਤਰ ਨੇ। ਓਕੇ, ਠੀਕ ਹੈ। ਇੱਕ ਅਭਿਜੀਤ ਨਕਸ਼ਤਰ ਵੀ ਹੈਗਾ, ਉਹਨੂੰ ਤਾਰਾ ਮੰਡਲ ਤੋਂ ਜਿਵੇਂ ਆਪਣੇ ਬ੍ਰਹਮੰਡ ਤੋਂ ਬਾਹਰ ਰੱਖਿਆ ਗਿਆ ਹੈਗਾ, ਉਹਨੂੰ ਆਪਾਂ ਵਿੱਚ ਕਾਊਂਟ ਨਹੀਂ ਕਰਦੇ। ਟੋਟਲ 27 ਨਕਸ਼ਤਰ ਹੈ। ਹਰ ਨਕਸ਼ਤਰ ਦੇ ਵਿੱਚ 3-3 ਉਹਨਾਂ ਦੇ ਪਲੈਨਟਸ ਹੈਗੇ ਨੇ, ਜਿਹੜੇ ਉਹਨਾਂ ਨੂੰ ਮਤਲਬ ਜਿਵੇਂ ਇੱਕ ਨਕਸ਼ਤਰ ਦੇ ਅੰਦਰ ਉਹਦੇ ਆਉਂਦੇ ਨੇ। ਹਰ ਜਿੱਦਾਂ ਗ੍ਰਹਿ ਦੇ ਕੋਲ 3 ਜਿਹੜੇ ਹੈ ਨਕਸ਼ਤਰ ਨੇ। ਓਕੇ, ਠੀਕ ਹੈ। ਉਹਦੇ ਅਕੋਰਡਿੰਗ ਆਪਣੀ ਦਸ਼ਾ ਮਹਾਦਸ਼ਾ ਚੱਲਦੀ ਹੈ ਨਕਸ਼ਤਰਾਂ ਦੇ ਅਕੋਰਡਿੰਗ। ਜਿੱਦਾਂ ਸਰ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਕਿਹੜੇ ਨਕਸ਼ਤਰ ਦੇ ਵਿੱਚ ਪਲੈਨਟ ਬੈਠਾ ਹੈ। ਓਕੇ, ਜਿਹੜਾ ਆਪਣੀ ਕੁੰਡਲੀ ਬਣਦੀ ਹੈ ਉਹਦੇ ਵਿੱਚ ਕਿ ਕਿਸ ਟਾਈਮ ਨਕਸ਼ਤਰ ਦੇ ਵਿੱਚ, ਜਿਵੇਂ ਵੈਦਿਕ ਦੇ ਵਿੱਚ ਤਾਂ ਜਿਹੜਾ ਸਰ ਇੱਕ ਹਾਊਸ ਹੁੰਦਾ ਨਾ ਉਹ 30 ਡਿਗਰੀ ਦਾ ਹੈ, ਮੀਨਸ ਕਿ ਟੋਟਲ ਬ੍ਰਹਮੰਡ ਹੈ ਨਾ ਉਹ 360 ਦਾ। ਓਕੇ, 360 ਹੈ। 12 ਘਰ ਨੇ ਆਪਣੇ ਕੋਲੋਂ, ਉਹਨੂੰ ਅਗਰ ਡਿਵਾਈਡ ਕਰਾਂਗੇ 360 ਨੂੰ ਬਣਦਾ 30 ਡਿਗਰੀ ਦਾ ਇੱਕ ਘਰ ਆ ਜਾਂਦਾ ਆਪਣੇ ਕੋਲ। ਮੀਨਸ ਕਿ ਹਰ ਇੱਕ ਘਰ ਦੇ ਕੋਲ ਆਪਣੇ ਕੋਲ, ਜਿਵੇਂ ਮੰਨ ਲਓ ਤੁਹਾਡੇ ਕੋਲ 360 ਦਾ ਇੱਕ ਨਾ ਪਲਾਟ ਹੈ, ਉਹਦੇ ਵਿੱਚ 12 ਉਹਨੂੰ ਹਾਊਸਿਸ 'ਚ ਡਿਵਾਈਡ ਕਰ ਦਿੱਤਾ, ਤਾਂ ਮਤਲਬ 30 ਡਿਗਰੀ ਦਾ ਇੱਕ ਹਾਊਸ ਤੁਹਾਡੇ ਕੋਲ ਆ ਗਿਆ। ਠੀਕ ਹੈ, ਇੱਕ ਚੀਜ਼ ਆ ਗਈ। ਹੁਣ ਉਹਦੇ ਵਿੱਚ ਕੀ ਹੁੰਦਾ, ਉਹ ਹੁੰਦਾ ਲਗਨ ਚੇਂਜ ਹੁੰਦਾ ਸਰ 2 ਘੰਟੇ ਦੇ ਵਿੱਚ। 2 ਘੰਟੇ ਤੱਕ ਸੇਮ ਲਗਨ ਰਹਿੰਦਾ ਹੈ। D9 ਚੇਂਜ ਹੁੰਦੇ ਵੀ 9 ਮਿੰਟ ਲੱਗ ਜਾਂਦੇ ਨੇ। ਫਿਰ ਨਾ ਇੱਕ ਥਿਊਰੀ ਆਉਂਦੀ ਹੈ KP ਥਿਊਰੀ, ਕ੍ਰਿਸ਼ਨ ਮੂਰਤੀ ਪद्धਤੀ ਹੈ, ਉਹ ਸਰ ਨਕਸ਼ਤਰਾਂ ਤੇ ਵਰਕ ਕਰਦੀ ਹੈ। ਓਕੇ, ਉਹ ਕਰਦੀ ਹੈ 3.20 ਡਿਗਰੀ ਤੇ। ਓਕੇ, ਵੈਦਿਕ ਕਰਦੀ ਹੈ 30 ਡਿਗਰੀ ਤੇ। ਨਕਸ਼ਤਰ ਹੋਰ ਬਰੀਕੀ ਵਿੱਚ ਚਲੇ ਜਾਂਦੇ ਆਪਾਂ, ਉਹ ਕਰਦੀ 3.20 ਐਕੂਰੇਟ ਇੱਕ ਮਤਲਬ ਇੱਕ ਹਾਊਸ ਦੇ ਕੋਲ ਆ ਜਾਂਦੇ ਨੇ 2.25 ਨਕਸ਼ਤਰ। ਓਕੇ, ਉਹਦਾ ਤੇ 9 ਚਰਨ
ਵਿੱਚ ਜਾਂਦਾ ਹੈ ਜਦੋਂ ਇੱਕ ਪਲੈਨਟ ਘੁੰਮਦਾ ਹੈ। ਹਰ ਪਲੈਨਟ ਦੇ ਆਪਣੇ ਇੱਕ ਮਤਲਬ ਇੱਕ ਘਰ 'ਚ ਰਹਿੰਦੇ ਹੋਏ ਨਾ ਅਲੱਗ-ਅਲੱਗ ਚਰਨਾਂ 'ਚ ਹੋ ਕੇ ਜਾਂਦਾ ਹੈ। ਅਲੱਗ-ਅਲੱਗ ਡਿਗਰੀਜ਼ ਹੁੰਦੀਆਂ ਉਹਦੀਆਂ, ਅਲੱਗ-ਅਲੱਗ ਡਿਗਰੀਜ਼ ਤੇ ਜਾਂਦਾ ਹੈ, ਅਲੱਗ-ਅਲੱਗ ਚਰਨਾਂ ਦੇ ਵਿੱਚ ਜਾਂਦਾ ਹੈ। ਜਿਵੇਂ ਇਹਦੇ ਵਿੱਚ ਪਹਿਲੇ ਕਿ ਜਦੋਂ ਆਪਾਂ ਵੈਦਿਕ 'ਚ ਹੈ, ਉਹਨਾਂ ਨੇ ਜਦੋਂ ਡਿਵਾਈਡ ਕੀਤਾ ਉਹਨਾਂ ਨੇ ਇਕੁਅਲ ਡਿਵਾਈਡ ਕਰ ਦਿੱਤਾ। ਕ੍ਰਿਸ਼ਨ ਮੂਰਤੀ ਪੱਧਤੀ ਵਿੱਚ KP ਦੇ ਵਿੱਚ ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ 3 ਪੁਆਇੰਟ ਕਿ ਕਿੱਥੋਂ ਘੱਟ ਹੈ ਏਰੀਆ, ਕਿੱਥੋਂ ਵੱਧ ਹੈ। ਜਿਵੇਂ ਆਪਣੀ ਜਿਹੜੀ ਅਰਥ ਹੈਗੀ ਹੈ ਉਹ ਹੈ ਉੱਪਰੋਂ ਕੀ ਹੈ ਚਪਟੀ, ਮਤਲਬ ਕੀ ਹੈ ਫਲੈਟਨਡ ਹੈ। ਉੱਪਰ ਵਾਲਾ ਜਿਹੜਾ ਨਾਰਥ ਪੋਲ ਹੈ ਤੇ ਸਾਊਥ ਪੋਲ ਤੋਂ ਨਾ ਫਲੈਟਨਡ ਸ਼ੇਪ ਹੈਗੀ ਹੈ। ਉੱਥੇ ਜਿਹੜੀ ਲੌਂਗੀਟਿਊਡ ਦੇ ਹਿਸਾਬ ਨਾਲ 22 ਐਂਡ ਹਾਫ ਹੈ, ਨੀਚੋਂ ਵੀ 22 ਵੀ, ਅੰਦਰੋਂ ਜਿਹੜੀ ਸੈਂਟਰ ਵਾਲਾ ਹੈ ਨਾ ਜਿਵੇਂ ਐਗ ਸ਼ੇਪ ਹੁੰਦੀ ਹੈ ਬਲਜੀ ਹੈ, ਉੱਥੇ ਹੈ 66 ਐਂਡ ਹਾਫ ਇਕੁਏਟਰ ਤੋਂ। ਉਸ ਹਿਸਾਬ ਨਾਲ ਉਹਨਾਂ ਨੇ ਵੰਡ ਦਿੱਤਾ ਪ੍ਰੋਪਰ ਇੱਕ ਨਕਸ਼ਤਰਾ ਤੇ ਉਹ ਵਰਕ ਕਰਦੇ ਹੈ KP ਦੇ ਵਿੱਚ। ਇਵੈਂਟ ਹੋਏਗਾ ਕਿ ਨਹੀਂ ਹੋਏਗਾ, ਕਿਹੜੇ ਹਾਊਸਿਸ ਐਕਟਿਵ ਹੈ, ਮਤਲਬ ਬਹੁਤ ਬਰੀਕੀ ਦੀ ਸਾਇੰਸ ਹੈ ਉਹ ਵਾਲੀ। ਉਹ ਵੀ ਸਾਇੰਸ ਹੈ, ਪਰਫੈਕਟ ਸਾਇੰਸ ਹੈ। ਮੈਂ ਉਹਦੇ ਤੇ ਵੀ ਵਰਕ ਕਰਦੀ ਹਾਂ, ਉਹਦੇ ਤੇ ਵੀ ਮੈਂ ਇੱਕ ਹੁਣ ਐਕਸਪੀਰੀਅੰਸਿਸ ਕਾਫੀ ਜਿਵੇਂ ਮੈਂ ਕੀਤੇ ਨੇ, ਠੀਕ ਆਉਂਦਾ, ਉਹਦਾ ਵੀ ਠੀਕ ਆਉਂਦਾ। ਜਿਵੇਂ ਮੈਂ ਆਪਣੀ ਵੈਦਿਕ ਐਸਟ੍ਰੋਲੋਜੀ ਜੋ ਮੈਂ ਕੀਤੀ ਹੈ, ਵੈਦਿਕ ਜੋ ਮੈਂ ਪੜ੍ਹੀ ਹਾਂ, ਉਹ ਮੇਰੇ ਗੁਰੂ ਜੀ ਨੇ KG ਥਾਪਰ ਜੀ, ਮੈਂ ਉਹਨਾਂ ਤੋਂ ਕੀਤੀ ਹੈ। ਹੁਣ ਜਿਹੜੀ ਮੈਂ KP ਕਰ ਰਹੀ ਹਾਂ, BNN ਹੈ, ਹੋਰ ਬਹੁਤ ਥਿਊਰੀਜ਼ ਹੈਗੀਆਂ ਨੇ, ਉਹ ਵਾਲੀਆਂ ਸਾਰੀਆਂ ਥਿਊਰੀ ਮੈਂ ਕਰ ਰਹੀ ਹਾਂ। ਰਜਿੰਦਰ ਮਹਿਤਾ ਜੀ ਨੇ ਜ਼ੀਰਕਪੁਰੀ, ਉਹਨਾਂ ਤੋਂ ਕਰ ਰਹੀ ਹਾਂ। ਉਹਨਾਂ ਦੇ ਵੀ ਜਿਹੜੇ ਗੁਰੂ ਜੀ ਨੇ ਸਾਡੇ, ਜਿਹੜੇ ਰਜਿੰਦਰ ਮਹਿਤਾ ਜੀ ਜਿਹੜੇ ਸਰ ਨੇ ਮੇਰੇ, ਉਹਨਾਂ ਦੇ ਜਿਹੜੇ ਗੁਰੂ ਨੇ ਉਹਨੂੰ ਵੀ KG ਥਾਪਰ ਜੀ ਨੇ। ਮਤਲਬ ਕਿ ਤੁਸੀਂ ਇਸ ਗੱਲ ਤੋਂ ਦੇਖੋ ਕਿ ਉਹ ਕਿਉਂਕਿ ਉਹ ਵੈਦਿਕ ਪੜ੍ਹਾਉਂਦੇ ਹੈ, ਸਭ ਦੇ ਜਿਹੜੇ ਗੁਰੂ ਹੈ ਵੈਦਿਕ ਵਾਲੇ ਹੀ ਨੇ। ਪਹਿਲੇ ਬੇਸ ਉਹਨਾਂ ਤੋਂ ਹੀ ਸਿੱਖਦੇ ਆ, ਸਾਰੇ ਬੇਸਿਕ ਨੌਲੇਜ ਹੈ ਜਿਹੜੀ ਉਹ ਗੁਰੂ ਜੀ ਤੋਂ ਹੀ ਲੈਂਦੇ ਆ ਅਸੀਂ। ਵੈਦਿਕ ਮਤਲਬ ਵੈਦਿਕ ਪੜ੍ਹੋ ਪਹਿਲੇ, ਫਿਰ ਉਸ ਤੋਂ ਬਾਅਦ ਉਹਦੀ ਅੱਗੋਂ ਬ੍ਰਾਂਚਿਸ ਹੈ, ਉਹ ਪ੍ਰੋਪਰ ਨਕਸ਼ਤਰਾਂ ਤੇ ਵਰਕ ਕਰਦੇ ਨੇ। ਇੱਕ ਨਕਸ਼ਤਰ ਅੱਗੋਂ ਸਬ ਲੋਡ, ਨਕਸ਼ਤਰ ਲੋਡ, ਕਪਸ ਲੋਡ, ਏਦਾਂ ਬਹੁਤ ਡੀਪ ਸਾਇੰਸ ਹੈ ਇਹ ਵੀ। ਮੈਂ ਸਮਝ ਪਾ ਰਿਹਾ ਕਿ ਅਲੱਗ-ਅਲੱਗ ਡਿਗਰੀ ਤੇ ਪਲੈਨਟ ਹੈ, ਕੋਈ 8 ਡਿਗਰੀ ਤੇ, ਕੋਈ 11 ਡਿਗਰੀ ਤੇ ਆ। ਡਿਗਰੀਜ਼ ਵਰਕ ਕਰਦੀਆਂ। ਉਸ ਹਿਸਾਬ ਨਾਲ ਵੀ ਕਿਹੜੇ ਹਾਊਸ 'ਚ ਬੈਠਾ, ਕਿੰਨੀ ਡਿਗਰੀ ਤੇ ਬੈਠਾ, ਉਹ ਦਸ਼ਾ ਕਿੱਥੋਂ ਦੀ ਆ, ਸਾਹਮਣੇ ਕਿਹੜਾ ਪਲੈਨਟ ਆ, ਮੈਨੀ ਥਿੰਗਸ ਇਹ ਬਰੀਕੀ ਨਾਲ ਸਮਝਿਆ ਜਾਂਦਾ ਹੈ। ਬਰੀਕੀ ਦੀ ਸਾਇੰਸ ਹੈ, ਬਹੁਤ ਬਰੀਕੀ ਦੀ। ਤਾਂ ਸਰ ਮੈਂ ਇੱਕ ਚੀਜ਼ ਹੀ ਕਹਿੰਦੀ ਹਾਂ ਹਮੇਸ਼ਾ, ਵਾਇਰਲ ਹੋਣ ਦੇ ਚੱਕਰ ਦੇ ਵਿੱਚ ਆਪਾਂ ਰੀਲਸ ਬਣਾ ਤਾਂ ਦਿੰਦੇ ਹਾਂ, ਮਤਲਬ ਹੈ ਨਾ। ਮੈਂ ਸਰ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਨਾ, ਮੈਨੂੰ ਪਹਿਲੇ ਹੀ ਗੁਰੂ ਜੀ ਨੇ ਸਮਝਾਈ ਸੀ ਇਹ ਗੱਲ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੀ, ਕਿਉਂਕਿ ਇਹਨਾਂ ਵਾਇਰਲ ਹੋਣਾ ਸਰ 1 ਮਿੰਟ ਦਾ ਕੰਮ ਹੈ। ਕੁਝ ਵੀ ਬੋਲ ਦੋ, ਉਲਟ ਮਿੰਟ 'ਚ ਤੁਸੀਂ ਵਾਇਰਲ ਹੋ ਜਾਓਗੇ, ਬਟ ਸਹੀ ਗਿਆਨ ਤਾਂ ਦਿਓ ਨਾ। ਕਿਉਂਕਿ ਜਦੋਂ ਆਪਣੇ ਕੋਲ ਉਹੀ ਗੱਲ ਆਪ ਕਰ ਰਹੀ ਸੀ, ਜਦੋਂ ਆਪਣੇ ਕੋਲ ਕੋਈ ਆਉਂਦਾ ਪਰੇਸ਼ਾਨ ਹੋ ਕੇ ਆਉਂਦਾ, ਤੁਹਾਡੇ ਮੂੰਹ ਇੱਕ ਨਿੱਕੀ ਜਿਹੀ ਗੱਲ ਕੀਤੀ ਅਗਲੇ ਦੇ ਸਬਕੌਂਸ਼ੀਅਸ ਮਾਈਂਡ 'ਚ ਫਿੱਟ ਹੋ ਜਾਣੀ ਹੈ। ਨਹੀਂ ਵੀ ਉਹਨਾਂ ਨਾਲ ਤਾਂ ਵੀ ਹੁੰਦਾ ਅਗਲੇ ਨਾਲ ਮਾੜਾ, ਅਗਲੇ ਨੇ ਆਪਣੇ ਆਪ ਹੀ ਜਿਵੇਂ ਮੈਂਟੈਲਿਟੀ ਉਹਨਾਂ ਦੀ ਘਬਰਾ ਜਾਣਾ ਹੈ ਉਹਨੇ। ਵੀ ਉਹਨੂੰ ਅਗਲੇ ਨੂੰ ਤਸੱਲੀ ਕਰੋ, ਤਸੱਲੀ ਨਾਲ ਦਿਓ। ਠੀਕ ਹੈ, ਕੁਛ ਲੱਗ ਰਿਹਾ ਉਹਦੇ ਤੇ ਪ੍ਰੋਪਰ ਸਰਚ ਕਰ ਲਈ ਆਪਾਂ ਨੂੰ, ਕੁਛ ਆਪਣੀ ਇੰਟਿਊਸ਼ਨ ਵੀ ਲੱਗ ਰਹੀ ਹੈ, ਅਗਲੇ ਦਾ ਆਪਣਾ ਚਾਰਟ ਵੀ ਐਵੇਂ ਦਾ ਕਰ ਲੱਗ ਰਿਹਾ, ਤਾਂ ਉਹਨੂੰ ਤਰੀਕੇ ਨਾਲ ਸਮਝਾਓ, ਉਹਨੂੰ ਗਲਤ ਗਾਈਡ ਨਾ ਕਰੋ। ਮਤਲਬ ਇਹ ਚੀਜ਼ ਹੈ ਕਿ ਸਭ ਬਹੁਤ ਡੀਪ ਸਾਇੰਸ ਹੈ। ਇਕੱਲੇ ਇੱਕ ਪਾਰਟ ਨੂੰ ਲੈ ਕੇ ਆਪਾਂ ਨਹੀਂ ਕਰ ਸਕਦੇ ਕਿ ਸਿਰਫ ਇੱਕ ਪਾਰਟ ਨੂੰ ਲੈ ਕੇ ਆਪਾਂ ਬੋਲ ਦਿੱਤਾ ਕਿ ਆਹ ਚੀਜ਼ ਐਵੇਂ ਹੁੰਦੀ ਹੈ। ਨਹੀਂ, ਨਕਸ਼ਤਰਾਂ ਤੇ ਪ੍ਰੋਪਰ ਵਰਕ ਕਰਨਾ ਪੈਂਦਾ ਹੈ। ਅੱਗੇ ਜਿੰਨਾ ਜ਼ਿਆਦਾ ਛੋਟੇ ਛੋਟੇ ਲੈਵਲ ਤੇ ਪਹੁੰਚੀ ਜੋ ਉਨਾ ਜ਼ਿਆਦਾ ਡਿਵੀਜ਼ਨਲ ਚਾਰਟਸ ਆ ਗਏ, ਹੋਰ ਬਹੁਤ ਚੀਜ਼ਾਂ ਹੈਗੀਆਂ ਨੇ। ਕਿਉਂਕਿ ਉਹਨਾਂ ਨੇ ਨਾ ਫਿਰ ਪ੍ਰੋਪਰ ਜਿਵੇਂ ਉਹਨਾਂ ਦੇ KP ਦੇ ਵਿੱਚ ਉਹਨਾਂ ਨੇ ਪ੍ਰੋਪਰ ਫਿੱਟ ਕੀਤਾ। ਕਿਉਂਕਿ ਜਦੋਂ ਆਪਾਂ ਸੂਰਜ ਦੇ ਕੋਲ ਜਦੋਂ ਗ੍ਰਹਿ ਜਾਂਦੇ ਨੇ, ਜਦੋਂ ਆਪਣੀ ਮਤਲਬ ਹੁਣ ਆਪਣੀ ਧਰਤੀ ਵੀ ਹੈ, ਜਦੋਂ ਸੂਰਜ ਦੇ ਕੋਲ ਜਾਂਦੀ ਹੈ ਨਾ, ਸੂਰਜ ਦੇ ਨਾਲ, ਤਾਂ ਉਹਦੇ 'ਚ ਕੀ ਉਹਨਾਂ ਦੀ ਗ੍ਰੈਵੀਟੇਸ਼ਨਲ ਫੋਰਸ ਕਰਕੇ ਉੱਥੋਂ ਨਾ ਸਲੋ ਹੋ ਜਾਂਦੀ ਹੈ। ਉਸ ਤੋਂ ਬਾਅਦ ਚੱਕਰ ਪੂਰਾ ਲਗਾਉਂਦੀ ਹੈ, ਉੱਥੇ ਸਲੋ ਹੋ ਜਾਏਗੀ। ਤਾਂ ਉਸ ਹਿਸਾਬ ਨਾਲ ਸਾਰਾ ਉਹਨਾਂ ਨੇ ਕੈਲਕੂਲੇਸ਼ਨ ਕੀਤੀ ਹੋਈ ਹੈ। ਹੁਣ ਆਪਾਂ ਜਿਵੇਂ ਹੁਣ ਆਪਣੇ ਕੈਲੰਡਰ ਨੇ, ਆਪਣੇ ਜਿਵੇਂ ਕਹਿੰਦੇ ਹਾਂ 365 ਡੇਜ਼ ਨੇ, ਆਪਾਂ ਹੀ ਜਾਣਦੇ ਹਾਂ ਕਿ 365 ਡੇਜ਼ ਨੇ ਈਅਰ ਦੇ ਵਿੱਚ, ਜਦਕਿ 365 ਡੇਜ਼ ਤੋਂ ਜ਼ਿਆਦਾ ਨੇ, ਕੁਝ ਘੰਟੇ ਜ਼ਿਆਦਾ ਨੇ। ਜਿਵੇਂ 5 ਘੰਟੇ 45 ਮਿੰਟ ਤੇ 48 ਸੈਕਿੰਡ ਜ਼ਿਆਦਾ ਬਣਦੇ ਹੈ ਇੱਕ ਸਾਲ ਦੇ ਵਿੱਚ। ਟੋਟਲ ਕੈਲਕੂਲੇਸ਼ਨ ਦੇ ਵਿੱਚ ਲੀਪ ਈਅਰ ਕਿਉਂ ਬਣਦਾ? ਲੀਪ ਈਅਰ ਇੱਥੋਂ ਹੀ ਬਣਦਾ ਕਿਉਂਕਿ ਲਮਸਮ 6 ਘੰਟੇ ਲਗਾ ਲਓ ਤੁਸੀਂ, 6 ਘੰਟੇ ਲਗਾ ਲਓ, ਇੱਕ ਸਾਲ 'ਚ ਵੱਧ ਗਏ। 3 ਸਾਲਾਂ ਦੇ ਵਿੱਚ ਹੋ ਗਏ 18 ਘੰਟੇ, ਚੌਥੇ ਸਾਲ ਲੀਪ ਈਅਰ ਆਏਗਾ। ਹੁਣ 2024 'ਚ ਆਇਆ ਸੀ, ਹੁਣ 2028 ਵਿੱਚ ਆਏਗਾ ਲੀਪ ਈਅਰ। ਮਤਲਬ ਇੱਕ ਜਿਹੜਾ ਦਿਨ ਹੈ ਪ੍ਰੋਪਰ 24 ਘੰਟੇ ਦਾ ਇੱਕ ਦਿਨ ਬਣ ਜਾਏਗਾ। ਹੁਣ ਇੱਕ ਦਿਨ ਦੇ ਹੁਣ 24 ਘੰਟਿਆਂ ਦਾ, ਹੁਣ ਇੱਕ ਹੋਰ ਸਾਇੰਸ ਹੈ, ਹੁਣ 24 ਘੰਟੇ ਦਾ ਵੀ ਇੱਕ ਦਿਨ ਨਹੀਂ ਹੁੰਦਾ, ਉਹਦੇ 'ਚੋਂ ਵੀ 14 ਮਿੰਟ ਘੱਟ ਹੁੰਦੇ ਆ, ਵੱਧ ਹੁੰਦੇ ਆ। ਸਿਰਫ ਇੱਕ ਕੈਲੰਡਰ ਨੂੰ ਫਿੱਟ ਕੀਤਾ ਗਿਆ, ਸੈੱਟ ਕੀਤਾ ਗਿਆ। ਕੈਲਕੂਲੇਸ਼ਨ ਡਿਗਰੀਜ਼ ਨੂੰ ਪ੍ਰੋਪਰ ਮੈਥਮੈਟੀਕਲ ਵਿੱਚ ਵੇ ਨਾਲ ਨਾ ਨੂੰ ਸੈੱਟ ਬਿਠਾਇਆ ਗਿਆ ਹੈ। ਪ੍ਰੋਪਰ ਸਾਲ ਦੇ ਵਿੱਚ ਵੀ 6 ਘੰਟੇ ਐਕਸਟਰਾ ਆਉਂਦੇ ਆ, ਮਤਲਬ ਲਮਸਮ 6 ਘੰਟੇ, 5 ਘੰਟੇ ਕੁਛ ਮਿੰਟ ਤੇ ਕੁਛ ਸੈਕਿੰਡ ਤੇ, ਜਦ ਮੈਂ ਤੁਹਾਨੂੰ ਦੱਸਿਆ ਇਹ ਚੇਂਜ ਹੋ ਜਾਂਦਾ ਹੈ। ਫਿਰ ਟੋਟਲ ਜਿਹੜੇ ਵੱਧ ਗਏ ਉਹ ਫਿਰ ਲੀਪ ਈਅਰ ਬਣ ਗਿਆ। ਫਿਰ ਉਸ ਤੋਂ ਬਾਅਦ ਉਵੇਂ ਹੀ ਘੰਟੇ ਵੀ ਦਿਨ ਵਿੱਚ ਵੱਧਦੇ ਵੀ ਹੈ, ਘਟਦੇ ਵੀ ਹੈ, ਉਸ ਹਿਸਾਬ ਨਾਲ ਟੋਟਲ ਇਹ ਸਾਰਾ ਜਾਂਦਾ ਹੈ। ਇਹ ਕੈਲਕੂਲੇਸ਼ਨਸ ਤੇ ਹੈ ਸਾਰਾ ਕੁਛ। ਮੈਥਮੈਟਿਕ ਬਹੁਤ ਡੀਪ ਹੈ, ਬਿਲਕੁਲ ਕੋਰ ਤੱਕ ਜਾਣ ਵਾਲੇ ਸਾਰੇ ਗਿਆਨ ਦਾ ਅੰਤ ਨਹੀਂ ਹੈਗਾ। ਮੈਂ ਸਮਝ ਪਾ ਰਿਹਾ ਬਈ ਇਟਸ
ਇਟਸ ਅ ਸਿਲੇਬਸ, ਇਹ ਐਜੂਕੇਸ਼ਨ ਹੈ ਇੱਕ ਮੈਨੂੰ ਲੱਗਦਾ। ਐਜੂਕੇਸ਼ਨ ਹੈ, ਸਾਇੰਸ ਹੈ, ਸਾਇੰਸ ਹੈ। ਬਸ ਹੁਣ ਅੱਜ ਕੱਲ੍ਹ ਇਹਨਾਂ ਨੂੰ ਬਸ ਵਹਿਮ ਭਰਮ ਡਰਾਉਣਾ ਇਹ ਚੀਜ਼ਾਂ ਨਾਲ ਜੋੜ ਕੇ ਨਾ ਸਰ ਦਾ ਨਾਮ ਖਰਾਬ ਹੋ ਗਿਆ। ਐਸਟਰੋਲੋਜਰਸ ਨੂੰ ਬਹੁਤ ਗਲਤ ਤਰੀਕੇ ਨਾਲ ਦੇਖਿਆ ਜਾਂਦਾ, ਬਹੁਤ ਗਲਤ ਵੇ ਨਾਲ ਹੈ ਨਾ ਲੋਕ ਸੋਚਦੇ, ਕਿਉਂਕਿ ਉਹੀ ਹੈ ਹਰ ਕਿਸੇ ਦਾ ਐਕਸਪੀਰੀਅੰਸ ਹੋ ਸਕਦਾ ਹੈ ਵੇਰੀ ਕਰਦਾ ਹੋਏ, ਬਟ ਉਹਦੇ ਨਾਲ ਕੀ ਹੁੰਦਾ ਕਿ ਕਹਿੰਦੇ ਨਾ ਕਿ ਸਰ ਥੋੜ੍ਹੀਆਂ ਗਲਤ ਚੀਜ਼ਾਂ ਹੋਣ ਨਾ ਉਹਦੇ ਨਾਲ ਜਿਹੜੀਆਂ ਸਹੀ ਚੀਜ਼ਾਂ ਨੇ ਉਹ ਵੀ ਦਬ ਜਾਂਦੀਆਂ ਨੇ। ਵਾਕਈ ਮੈਮ ਇਹ ਹਰ ਇੱਕ ਇੰਡਸਟਰੀ 'ਚ ਹੈਗਾ, ਪੋਡਕਾਸਟ ਇੰਡਸਟਰੀ 'ਚ ਵੀ ਇਹ ਹੈਗਾ ਵੀ ਜੇ 4 ਪੋਡਕਾਸਟ ਵਧੀਆ ਨਹੀਂ ਚੱਲਦੇ ਤਾਂ ਬਾਕੀ ਸਾਰੀ ਕਮਿਊਨਿਟੀ ਉਹਦੇ ਵਿੱਚ ਆ ਜਾਂਦੀ। ਬਿਲਕੁਲ ਆਪਣੇ ਹੱਥ ਦੀਆਂ 5 ਉਂਗਲੀਆਂ ਤਾਂ 5 ਸੇਮ ਨਹੀਂ ਹੁੰਦੀਆਂ, ਬਟ ਉਹ ਮੈਂਟੈਲਿਟੀ ਫਿਟ ਹੋ ਗਈ ਹੈ ਕਿ ਐਸਟਰੋਲੋਜਰਸ ਹੈ ਜਾਂ ਐਸਟ੍ਰੋਲੋਜੀ ਹੈ ਕੁਝ ਵੀ ਕਹਿ ਕੇ। ਯੈਸ ਮੈਮ ਨਿਊਮਰੋਲੋਜੀ ਦੀ ਗੱਲ ਕਰਦੇ ਹਾਂ। ਮੈਂ ਪਿੱਛੇ ਜੇ ਨਾ ਅੱਜ ਤੋਂ 2 ਸਾਲ ਪਹਿਲਾਂ ਇੱਕ ਗੱਡੀ ਲਈ ਸੀ, ਹਾਂਜੀ, ਤੇ ਮੈਂ ਪੂਰਾ ਨੰਬਰ ਨਹੀਂ ਦੱਸ ਸਕਦਾ, ਉਹਦੇ ਵਿੱਚ 3 8 ਪੈ ਰਹੇ ਸੀ, 888 ਵਿੱਚ ਇੱਕ ਨੰਬਰ ਸੀ। ਫਿਰ ਮੈਂ ਪੁਰਾਣੀਆਂ ਫੋਟੋਜ਼ ਦੇਖ ਰਿਹਾ ਸੀ, ਮੈਂ ਫਸਟ ਜਿਹੜਾ ਬਾਈਕ ਲਿਆ ਸੀਗਾ ਉਹਦੇ ਵਿੱਚ ਵੀ 38 ਪੈ ਰਹੇ ਸੀਗੇ, ਤਾਂ ਜਿੰਨੇ ਵੀ ਮੈਂ ਵਹੀਕਲ ਲਏ ਨੇ ਉਹ 'ਚ 8 ਆਪਣੇ ਆਪ ਆਇਆ, ਮੈਂ ਕੋਈ ਐ ਨਹੀਂ ਨੰਬਰ ਨਹੀਂ ਰੋਕਿਆ। ਸੋ ਮੈਂ ਕਿਹਾ ਇਹ ਕੋਇਨਸੀਡੈਂਸ ਆ ਕਿ ਮੇਰੇ ਕੋਲ ਉਹੀ ਵਹੀਕਲ ਹੋਣਾ ਸੀਗਾ, ਸੋ ਵਾਈ ਵੀ 3 8 ਕਿਉਂ ਹੈਗੇ ਨੇ ਉਹਦੇ ਵਿੱਚ। ਸ਼ਨੀ ਤੁਹਾਡਾ ਬਹੁਤ ਅੱਛਾ ਹੈ। ਓਕੇ, ਸੋ ਮੈਨੂੰ ਲੱਗਿਆ ਕਿ ਯਾਰ ਇਹ ਨੰਬਰਸ ਦਾ ਖੇਲ ਕੀ ਆ, ਕਿਉਂਕਿ ਆਪਣੀ ਜ਼ਿੰਦਗੀ ਵਿੱਚ ਆਪਾਂ ਨੂੰ ਨੰਬਰਸ ਬਹੁਤ ਦਿਖਦੇ ਨੇ, ਕਾਫੀ 11 ਨੰਬਰ ਬਹੁਤ ਸ਼ੁਭ ਮੰਨਦੇ ਨੇ। ਸੋ ਕਈ ਤਾਂ ਹੁਣ ਮੋਬਾਈਲ ਨੰਬਰ ਵੀ ਲੈਂਦੇ ਨੇ ਤਾਂ ਉਸ ਹਿਸਾਬ ਨਾਲ ਲੈਂਦੇ ਨੇ ਕਿ ਸਾਡੀ ਬਰਥ ਡੇਟ ਹੈ। ਨਿਊਮਰੋਲੋਜੀ ਸਬਜੈਕਟ ਸਾਨੂੰ ਸਮਝਾਓ ਇਹ ਕਿਵੇਂ ਵਰਕ ਕਰਦੀ ਹੈ ਤੇ ਕੀ ਤੁਹਾਡੇ ਕੀ ਬਿਲੀਫਸ ਹੈਗੇ ਨੇ ਐਸਟਰੋਲੋਜੀ ਦੇ ਹਿਸਾਬ ਨਾਲ। ਨਿਊਮਰੋਲੋਜੀ ਵੀ ਸਾਇੰਸ ਹੈ, ਜਿੱਦਾਂ ਬਾਕੀ ਸਾਇੰਸਿਸ ਹੈ ਉਵੇਂ ਹੀ ਨਿਊਮਰੋਲੋਜੀ, ਕਿਉਂਕਿ ਜੋ ਆਪਾਂ ਨੰਬਰ ਲੈ ਕੇ ਆਪਣਾ ਬੋਨ ਹੋਇਆ ਆਪਾਂ ਉਸ ਨੰਬਰ ਦੀ એનર્ਜੀ ਨੂੰ ਕੈਰੀ ਕਰਦੇ ਹਾਂ ਆਪਣੇ ਨਾਲ, ਤਾਂ ਉਸ ਦੇ ਹਿਸਾਬ ਨਾਲ ਨਿਊਮਰੋਲੋਜੀ ਵੀ ਵਰਕ ਕਰਦੀ ਹੈ। ਬਟ ਇੱਕ ਐਕੂਰੇਟ ਚੀਜ਼ ਕਿ ਹਾਂ ਉਹਨੂੰ ਪ੍ਰੋਪਰ ਇੱਕ ਡੀਪ ਲੈਵਲ ਤੱਕ ਨਹੀਂ ਜਾ ਸਕਦੇ ਨਿਊਮਰੋਲੋਜੀ ਨਾਲ, ਬਟ ਹਾਂ ਵਰਕ ਕਰਦੀ ਹੈ ਕਿਉਂਕਿ ਤੁਸੀਂ ਉਸ ਪਲੈਨਟ ਦੀ એનર્ਜੀ ਤੋਂ ਰੂਲ ਹੁੰਦੇ ਹੋ। ਓਕੇ, ਜਿਵੇਂ 1 ਨੰਬਰ ਸੂਰਿਆ ਦਾ ਹੈ, ਠੀਕ ਹੈ, ਤਾਂ ਅਥਾਰਟੀ ਹੋਗੀ, ਸੂਰਿਆ ਰਾਜਾ ਹੈ। 2 ਨੰਬਰ ਵਾਲਾ ਜਿਹੜਾ ਕਹਿੰਦੇ ਉਹ ਚੰਦਰਮਾ ਦਾ ਨੂੰ ਰਿਲੇਟ ਕਰਦਾ, ਉਹ ਇਮੋਸ਼ਨਲ ਹੁੰਦੇ ਹੈ। ਸੋਨੇ ਵੀ ਹੁੰਦੇ ਹੈ, ਸਿੰਗਿੰਗ ਮਤਲਬ ਜਿਵੇਂ ਉਹਨਾਂ ਨੂੰ ਸੌਂਗਸ ਵਗੈਰਾ ਦਾ ਸਿੰਗਿੰਗ ਦਾ ਬਹੁਤ ਸ਼ੌਂਕ ਹੁੰਦਾ ਹੈ, ਮਿਊਜ਼ਿਕ ਲਵਰਸ ਹੁੰਦੇ ਨੇ, ਆਪਣੇ ਆਪ ਨੂੰ ਸੱਜ ਸਵਰ ਕੇ ਰਹਿਣਾ ਉਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। 3 ਨੰਬਰ ਗੁਰੂ ਨੂੰ ਰਿਲੇਟ ਕਰਦਾ ਹੈ, ਗਿਆਨਵਾਨ ਹੁੰਦੇ ਨੇ। ਮਤਲਬ ਜਿਹੜੇ ਨੰਬਰ ਉਹਨਾਂ ਦੇ ਹੀ ਪਲੈਨਟਸ ਹੁੰਦੇ ਆ ਤਾਂ ਉਹੀ ਐਟਰੀਬਿਊਟਸ ਨਾਲ, ਜਿਵੇਂ ਗੁਰੂ ਨੂੰ ਰਿਲੇਟ ਕਰੇਗਾ ਤਾਂ ਪੋਜ਼ਿਟਿਵਿਟੀ ਬਹੁਤ ਹੁੰਦੀ ਹੈ। 4 ਨੰਬਰ ਰਾਹੂ ਨੂੰ ਰਿਲੇਟ ਕਰਦਾ ਹੈ। 4 ਨੰਬਰ ਨੂੰ ਠੀਕ ਹੈ ਜ਼ਰੂਰੀ ਹੈ, ਨੀਡ ਹੈ ਰਾਹੂ ਦੀ, ਤਿਕੜਮਬਾਜੀ ਹੈ। ਅਗਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਤਿਕੜਮਬਾਜੀ ਨਹੀਂ ਆਈ ਤਾਂ ਮੈਨੇਜਮੈਂਟ ਨਹੀਂ ਆਏਗੀ, ਪੈਸੇ ਦੀ ਮੈਨੇਜਮੈਂਟ ਵੀ ਰਾਹੂ ਸਿਖਾਉਂਦਾ ਹੈ। 5 ਨੰਬਰ ਬੁੱਧ ਦਾ ਬਹੁਤ ਅੱਛਾ ਨੰਬਰ ਹੈ, ਐਡਜਸਟੇਬਲ ਨੰਬਰ ਹੈ। ਗ੍ਰਿਡ ਦੇ ਵਿੱਚ ਅਗਰ ਆਪਾਂ ਨਿਊਮਰੋਲੋਜੀ ਦੇ ਗ੍ਰਿਡ ਦੇ ਵਿੱਚ ਲੋਸ਼ੋ ਗ੍ਰਿਡ ਦੇ ਵਿੱਚ ਸੈਂਟਰ 'ਚ ਪੈਂਦਾ ਹੈ ਐਡਜਸਟੇਬਲ ਨੰਬਰ। ਆਪਣੀ ਇੰਟੈਲੈਕਚੁਅਲ ਲੈਵਲ ਨਾਲ, ਮੈਂਟਲ ਲੈਵਲ, ਇੰਟੈਲੈਕਚੁਅਲ ਲੈਵਲ, ਆਪਣੀ ਬੋਲਬਾਣੀ ਨਾਲ ਰਿਲੇਟ ਕਰਦਾ, ਆਪਣੇ ਕਮਿਊਨੀਕੇਸ਼ਨ ਨਾਲ ਰਿਲੇਟ ਕਰਦਾ। ਬਿਜ਼ਨਸਮੈਨ ਦੀ ਕੁੰਡਲੀ ਦੇ ਵਿੱਚ ਬੁੱਧ ਅੱਛਾ ਹੋਣਾ ਬਹੁਤ ਜ਼ਰੂਰੀ ਹੈ। ਓਕੇ ਜੀ, ਰਿਸ਼ਤਿਆਂ ਦੇ ਵਿੱਚ ਛੋਟੀ ਕੰਨਿਆ ਨਾਲ ਰਿਲੇਟ ਕਰਦਾ, ਜਿਵੇਂ ਆਪਣੇ ਛੋਟੇ ਬੱਚੇ, ਭੈਣ ਭੂਆ ਬੇਟੀ ਕੁੜੀਆਂ ਨਾਲ ਰਿਲੇਟ ਕਰੇਗਾ, ਉਹਨਾਂ ਦੀ ਕਰੋ। ਅਗਰ 5 ਨੰਬਰ ਦੀ એનર્ਜੀ ਨੂੰ ਕੈਰੀ ਕਰਨਾ ਹੈ, ਇਹ ਨੰਬਰ ਇਦਾਂ ਕੈਲਕੂਲੇਟ ਕਰੀਦਾ ਕਿਸੇ ਦਾ ਬਰਥ 15 ਹੈ ਮੰਨ ਲਓ, 5 + 1 = 6 6 ਹੋ ਗਿਆ ਸ਼ੁੱਕਰ ਦਾ। ਜਿੱਦਾਂ ਹੁਣ ਸ਼ੁੱਕਰ ਹੈ, ਸ਼ੁੱਕਰ ਦਾ ਗਿਆ ਜਿਵੇਂ ਰਿਲੇਟ ਕਰਦਾ ਵਾਈਟ ਕਲਰ ਹੋ ਗਿਆ, ਇਹਨਾਂ ਨੂੰ ਵਾਈਟ ਕਲਰ ਜਿਵੇਂ ਹੋ ਗਿਆ ਸ਼ੁੱਕਰ ਤੋਂ ਰਿਲੇਟ ਕਰਦੇ ਨੇ। ਉਹ ਇਨਸਾਨ ਬਹੁਤ ਜ਼ਿਆਦਾ ਸੱਜ ਸਵਰ ਕੇ ਰਹਿਣਾ ਉਹਨਾਂ ਨੂੰ ਪਸੰਦ ਕਰਨਾ, ਸ਼ੁੱਕਰ ਦੀ એનર્ਜੀਜ਼ ਨੂੰ ਕੈਰੀ ਕਰਦੇ ਨੇ। ਦੁਨੀਆਦਾਰੀ ਦੀਆਂ ਸਾਰੀਆਂ ਚੀਜ਼ਾਂ ਸ਼ੁੱਕਰ ਹੈ, ਗੱਡੀ ਵਾਹਨ ਹਰ ਚੀਜ਼ ਦਾ ਸੁੱਖ ਹੈ ਸ਼ੁੱਕਰ। 8 ਨੰਬਰ ਦੀ એનર્ਜੀ ਸ਼ਨੀ ਨਾਲ ਰਿਲੇਟ ਕਰਦੇ ਆ, ਸ਼ਨੀ ਨੂੰ ਲੈਂਦੇ ਆ, ਜ਼ਿੰਮੇਵਾਰੀ ਦਿੰਦਾ ਸ਼ਨੀ, ਆਪਣੇ ਕਰਮ ਸਹੀ ਕਰੋ। ਸ਼ਨੀ ਪੈਸਾ ਵੀ ਬਹੁਤ ਦਿੰਦਾ ਹੈ ਪਲੈਨਟ। ਸ਼ਨੀ ਜਿਹੜੇ 8 ਨੰਬਰ ਨੂੰ ਰੂਲ ਕਰਦੇ ਆ, ਠੀਕ ਹੈ ਥੋੜਾ ਡਿਲੇ ਹੁੰਦਾ ਹੈ, ਥੋੜਾ ਸਟਰਗਲ ਰਹਿੰਦਾ ਹੈ ਇਹਨਾਂ ਦੀ ਜਿਹੜੇ 8 ਨੰਬਰ ਨਾਲ ਰੂਲ ਕਰਦੇ ਨੇ, ਬਟ ਇਹਨਾਂ ਦਾ ਕੀ ਹੈ ਫਿਕਸ ਹੁੰਦਾ ਹਰ ਚੀਜ਼। ਮਤਲਬ ਸਬਰ ਨਾਲ ਚੱਲਣਗੇ, ਮਿਹਨਤ ਨਾਲ ਕਰਨਗੇ ਹਰ ਕੰਮ ਤਾਂ ਉਹਨਾਂ ਨੂੰ ਬਹੁਤ ਫਲਦਾ ਹੈ। 9 ਨੰਬਰ ਮੰਗਲ ਨੂੰ ਰੂਲ ਕਰਦਾ ਹੈ, ਥੋੜੇ ਐਗਰੈਸਿਵ ਹੁੰਦੇ ਨੇ। ਅਗਰ 9 ਨੰਬਰ ਜ਼ਿਆਦਾ ਰਿਪੀਟਡ ਅਗਰ ਯੂਜ਼ ਕਰਦੇ ਨੇ, 9 ਨੰਬਰ ਦੀ એનર્ਜੀਜ਼ ਮਾਂਗਲਿਕ ਜਿਹੜੀ ਤੁਸੀਂ ਗੱਲ ਕਰਦੇ ਮਾਂਗਲਿਕ ਨਾ ਹੁੰਦੇ ਹੋਏ ਵੀ ਮਾਂਗਲਿਕ ਦੀ એનર્ਜੀਜ਼ ਨੂੰ ਕੈਰੀ ਕਰਦੇ ਨੇ, ਬਹੁਤ ਗੁੱਸੇ ਵਾਲਾ ਫਿਰ ਹੋ ਜਾਂਦਾ ਇਨਸਾਨ। ਮੀਨਸ ਕਿ ਜ਼ਿਆਦਾ ਨੰਬਰ ਰਿਪੀਟਡ ਨੰਬਰ ਅਗੇਨ ਉਹ ਵੀ ਖਰਾਬ ਹੈ, ਬਟ ਸਿੰਗਲ ਨੰਬਰ ਜਾਂ ਡਬਲ ਨੰਬਰ ਦੀ એનર્ਜੀਜ਼ ਨੂੰ ਅਗਰ ਆਪਾਂ ਲੈ ਰਹੇ ਹਾਂ ਆਪਣੇ ਨਾਲ ਅਡੋਪਟ ਕਰ ਰਹੇ ਹਾਂ ਤਾਂ ਓਕੇ ਹੈ। ਮੀਨਸ ਹਰ ਪਲੈਨਟਸ ਦੀਆਂ ਆਪਣੀ એનર્ਜੀਜ਼ ਨੇ। 9 ਨੰਬਰ ਨੂੰ ਜਿਵੇਂ ਮੰਗਲ ਰੂਲ ਕਰਦਾ ਹੈ ਤਾਂ ਉਹ ਥੋੜੇ ਮਤਲਬ ਲੀਡਰਸ਼ਿਪ ਕੁਆਲਿਟੀਜ਼ ਉਹਨਾਂ 'ਚ ਵੀ ਜ਼ਿਆਦਾ ਹੁੰਦੀਆਂ ਨੇ, ਬੋਲਡ ਹੁੰਦੇ ਆ, ਹਿੰਮਤੀ ਹੁੰਦੇ ਆ। ਨਿਊਮਰੋਲੋਜੀ ਵਰਕ ਕਰਦੀ ਹੈ।